वाहिगुरु साहिब जी। गोबिंद 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 संग नाम दियो मन लीना। आड़ दाम को छिपरो होयो लाखीना। गुनना तनना त्याग कै प्रीत चरण कबीरा। नीच कुल्ला जुलाहरा भयो गुनी गहीरा। रविदास ढवंता ढोर नीत तिन त्यागी माया। प्रगट हुआ साध संग हर दर्शन पाया। सहन नाई बुतकारिया ओ कर कर सुनया। हृदय वसया पार ब्रह्म भगता मह गणया। एह बिद सुन के जाटरो उठ भगती लागा। मिलै प्रतख गुसैया धन्ना वड भागा। एह बिद सुन के जाटरो उठ भगती लागा। मिलै प्रतख गुसैया धन्ना वड भागा। तेरे कवन कवन गुण कह कह गावा। तू साहिब गुनी निधाना। तुमरी महिमा वरन न सको। तू ठाकुर ऊज भगवाना। सुकाओ होटल गुर सेविया। अहनस साहज सुभाए दर्शन परसै गुरु कै। जन्म मरण दुख जा वै सिफतख संबंधी। नूर अरसों कुरसों झटिया तुद डिठे सच्चे पातशाह। मल जन्म जन्म दी तुद डिठे सच्चे पातशाह। मल जन्म जन्म कटिया। सतनाम श्री वाहिगुरु साहिब जीओ। टोडी पानी भगतां की तीन चंदे खेरिया चाराओ। कुंभार के घर हांडिया छा राजा के घर सांडी गो। बामन के घर रांडिया छा रांडी सांडी हांडी गो। तीन चंदे खेलिया छे। वाहिगुरु जी का खालसा वाहिगुरु जी की फतेह।
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗਰੀਬ ਨਵਾਜ ਸਤਿਗੁਰੂ ਜੀਆਂ ਨੇ ਮਹਾਨ ਕਿਰਪਾ ਕਰਕੇ ਸਤ ਸੰਗਤ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਵਡਭਾਗੀ ਗੁਰਮੁਖ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਸਤਿਗੁਰਾਂ ਦੀ ਅਗੰਮੀ ਬਾਣੀ ਇਲਾਹੀ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਇਸ ਵੇਲੇ ਸਤਿਗੁਰੂ ਜੀ ਗੁਰਬਾਣੀ ਦੀ ਕਥਾ ਵਿਚਾਰ ਸਾਨੂੰ ਬਖਸ਼ਿਸ਼ ਕਰ ਰਹੇ। ਆਓ ਕੁਝ ਸਮੇਂ ਲਈ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਬਾਣੀ ਭਗਤਾਂ ਕੀ। ਟੋਡੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਵਿੱਚੋਂ ਭਗਤ ਨਾਮਦੇਵ ਜੀ ਦੇ ਸ਼ਬਦ ਆਪਾਂ ਨੂੰ ਪ੍ਰਾਪਤ ਹੋ ਰਹੇ। ਟੋਡੀ ਰਾਗ ਦੇ ਵਿੱਚ ਵਾਰ ਨਹੀਂ ਲਿਖੀ ਹੈ ਮਹਾਰਾਜ ਜੀਆਂ ਨੇ, ਵਾਰ ਤੋਂ ਬਾਹਰੀ ਰਾਗ ਹੈ। ਜਿਵੇਂ ਜੈਤਸਰੀ ਦੀ ਵਾਰ ਹੈ, ਸੋਠ ਦੀ ਵਾਰ ਹੈ, ਗੌੜੀ ਦੀ ਵਾਰ ਹੈ, ਵਾਰਾਂ ਆਉਂਦੀਆਂ ਨਾ ਗੁਰਬਾਣੀ ਦੇ ਵਿੱਚ। ਇਹ ਜਿਹੜਾ ਟੋਡੀ ਰਾਗ ਹੈ ਇਹਦੇ ਵਿੱਚ ਵਾਰ ਨਹੀਂ ਮਹਾਰਾਜ ਨੇ ਅੰਕਿਤ ਕੀਤੀ ਹੈ। ਭਗਤਾਂ ਦੀ ਬਾਣੀ ਵਿੱਚੋਂ ਕੇਵਲ ਭਗਤ ਨਾਮਦੇਵ ਦੇ ਜਿਹੜੇ ਸ਼ਬਦ ਨੇ ਉਹ ਲਿਖੇ ਹੋਏ ਤੇ ਭਗਤ ਨਾਮਦੇਵ ਦੇ 3 ਸ਼ਬਦ ਨੇ ਟੋਡੀ ਰਾਗ ਦੇ ਅੰਦਰ। 2 ਸ਼ਬਦਾਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ। ਅੱਜ ਉਹ ਤੀਜਾ ਸ਼ਬਦ ਔਰ ਅਖੀਰਲਾ ਸ਼ਬਦ ਇਸ ਰਾਗ ਦਾ ਉਹ ਮਹਾਰਾਜ ਬਖਸ਼ਿਸ਼ ਕਰਦੇ। ਸਤਿਗੁਰੂ ਫਰਮਾਉਂਦੇ ਹਨ ਤੀਨ ਛੰਦੇ ਖੇਰਿਆ ਛਾ। ਭਗਤ ਨਾਮਦੇਵ ਜੀ ਦੇ ਨਾਲ ਜਿਹੜੇ ਬ੍ਰਾਹਮਣ ਨੇ ਪੰਡਤ ਉਹ ਸੰਵਾਦ ਕਰਦੇ, ਕਿਉਂਕਿ ਉਹ ਸ਼ੰਕਾਵਾਦੀ ਨੇ। ਕਹਿਣ ਲੱਗੇ ਕਿ ਭਗਤ ਜੀ ਵੇਦ ਇਸ ਤਰ੍ਹਾਂ ਨਹੀਂ ਮੰਨਦਾ ਜਿਵੇਂ ਤੁਸੀਂ ਮੰਨਦੇ। ਭਗਤ ਜੀ ਨੇ ਆਖਿਆ ਸੀ ਨਾ ਉਹ ਗਰੀਬ ਵਿਅਕਤੀ ਨੂੰ ਵੀ ਰਾਮ ਰਾਮ ਕਹਿ। ਆਪਾਂ ਕੱਲ੍ਹ ਇਹ ਬਚਨ ਸਰਵਣ ਕੀਤੇ ਵੀ ਇੱਕ ਗਰੀਬ ਦੇ ਘਰ ਵਿੱਚ ਗਾਂ ਦਾ ਵੱਛਾ ਜਾਂ ਵੱਛੀ ਮਰ ਗਈ, ਆਪਣੇ ਆਪ ਉਹਨੇ ਰੱਸੇ ਦੇ ਨਾਲ ਉਹਨੂੰ ਫਾਹ ਆ ਗਿਆ ਤੇ ਉਹ ਮਰ ਗਈ। ਬ੍ਰਾਹਮਣ ਕਹਿਣ ਲੱਗੇ ਵੀ ਤੇਰੇ ਘਰ ਵਿੱਚ ਗਾਂ ਮਰ ਗਈ ਹੈ, ਇਹ ਪਾਪ ਲੱਗਾ ਹੈ, ਪਾਪ ਤਾਂ ਧੋਤਾ ਜਾਣਾ, ਤੀਰਥ ਯਾਤਰਾ ਕਰਕੇ ਆ। ਗਰੀਬ ਵਿਅਕਤੀ ਨੇ ਆਖਿਆ ਵੀ ਤੀਰਥ ਯਾਤਰਾ ਮੈਂ ਨਹੀਂ ਜਾ ਸਕਦਾ, ਮੇਰੇ ਕੋਲ ਇੰਨਾ ਨਾ ਧਨ ਹੈ ਨਾ ਮੇਰੇ ਕੋਲ ਇੰਨਾ ਕੋਈ ਸਮਾਂ ਹੈ। ਫਿਰ ਬ੍ਰਾਹਮਣ ਕਹਿਣ ਲੱਗੇ ਜੇ ਤੀਰਥ ਯਾਤਰਾ ਨਹੀਂ ਜਾ ਸਕਦਾ ਤੇ ਦਾਨ ਕਰ। ਬ੍ਰਾਹਮਣ ਉਹ ਕਹਿਣ ਲੱਗਾ ਮੈਂ ਦਾਨ ਵੀ ਨਹੀਂ ਕਰ ਸਕਦਾ, ਮੈਂ ਤੇ ਆਪ ਬਸਾਂ ਪ੍ਰਸ਼ਾਦਾ ਛਕਦਾ, ਕਦੇ ਛਕਦਾ ਕਦੇ ਨਹੀਂ ਛਕਦਾ, ਦਾਨ ਕਿੱਥੋਂ ਕਰਾਂ। ਇਹ ਬ੍ਰਾਹਮਣ ਉਹਦੇ ਖਹਿੜੇ ਪੈ ਗਏ, ਜਿੱਥੇ ਜਾਣ ਮਗਰ ਮਗਰ ਉਹਦੇ ਤੁਰੇ ਜਾਣ। ਅਖੀਰ ਨੂੰ ਉਹ ਭਗਤ ਨਾਮਦੇਵ ਦੇ ਘਰ ਦੇ ਸਾਹਮਣੇ ਬਾਹਰ ਡਿੱਗ ਹੀ ਪਿਆ ਵਿਚਾਰਾ, ਥੱਕ ਹਾਰ ਕੇ। ਤੇ ਭਗਤ ਨਾਮਦੇਵ ਨੇ ਪੁੱਛਿਆ ਤੇ ਉਹਨੇ ਸਾਰੀ ਗੱਲ ਦੱਸੀ। ਕਹਿਣ ਲੱਗਾ ਵੀ ਮੇਰੇ ਘਰ ਗਾਂ ਮਰ ਗਈ, ਆਪਣੇ ਆਪ ਹੀ ਮਰੀ ਹੈ। ਇਹ ਬ੍ਰਾਹਮਣ ਮੈਨੂੰ ਆਖਦੇ ਵੀ ਜਾਂ ਤੀਰਥਾਂ ਦੀ ਯਾਤਰਾ ਕਰਕੇ ਆ ਤੇ ਜਾਂ ਤੂੰ ਬ੍ਰਾਹਮਣਾਂ ਨੂੰ ਦਾਨ ਕਰ, ਪਰ ਮੈਂ ਦੋਨੇ ਕੰਮ ਹੀ ਨਹੀਂ ਕਰ ਸਕਦਾ। ਮੈਂ ਪਾਪ ਤੋਂ ਮੁਕਤ ਕਿਵੇਂ ਹੋਵਾਂਗਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਤੂੰ ਕਹਿ ਰਾਮ ਰਾਮ ਰਾਮ। ਰੱਬ ਦਾ ਨਾਮ ਹੀ ਏਡਾ ਵੱਡਾ ਹੈ, ਨਹੀਂ ਯਾਤਰਾ ਜਾ ਸਕਦਾ, ਨਹੀਂ ਦਾਨ ਕਰ ਸਕਦਾ, ਨਾਮ ਜਪ ਸਭ ਤੋਂ ਵੱਡਾ। ਭਗਤ ਜੀ ਨੇ ਉਹਨੂੰ ਨਾਮ ਜਪਾਇਆ। ਇੰਨੇ ਚਿਰ ਨੂੰ ਬ੍ਰਾਹਮਣ ਫੇਰ ਆ ਗਿਆ। ਕਹਿਣ ਲੱਗੇ ਭਗਤ ਜੀ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਤੁਸੀਂ ਕਰਦੇ, ਅਸੀਂ ਵਿਧੀ ਵਿਧਾਨ ਤੋਂ ਬਾਹਰ ਨਹੀਂ ਆ। ਵੇਦਾਂ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ। ਵੇਦਾਂ ਵਿੱਚ ਇਹ ਲਿਖਿਆ ਵੀ ਕਰਮ 3 ਤਰ੍ਹਾਂ ਦਾ ਕਰਮ ਲਿਖਿਆ, ਅਸੀਂ ਉਹਦੇ ਮੁਤਾਬਕ ਚੱਲਦੇ ਹਾਂ। ਪਹਿਲਾ ਹੈ ਕਰਮ ਕਾਂਡ। ਕਰਮ ਕਾਂਡ ਕੀ ਹੈ? ਭਾਂਡਾ ਕਿਵੇਂ ਮਾਂਜਣਾ, ਚੁੱਲ੍ਹਾ ਕਿਵੇਂ ਬਣਾਉਣਾ, ਲੱਕੜਾਂ ਧੋ ਕੇ ਬਾਲਣੀਆਂ, ਮੰਤਰ ਕਿਹੜਾ ਪੜ੍ਹਨਾ, ਚੁੱਲ੍ਹੇ ਦਾ ਮੂੰਹ ਕਿੱਧਰ ਨੂੰ ਕਰਨਾ, ਆਪ ਦਾ ਮੂੰਹ ਕਿੱਧਰ ਨੂੰ ਕਰਨਾ, ਕਿਹੜੇ ਦਿਨ ਕਿਹੜੀ ਦਾਲ ਸਬਜ਼ੀ ਖਾਣੀ ਹੈ, ਕਿਹੜੇ ਦਿਨ ਕਿਹੜਾ ਭੋਜਨ ਖਾਣਾ, ਇਹ ਕਰਮ ਕਾਂਡ ਲਿਖਿਆ।
ਪੰਡਤ ਕਹਿਣ ਲੱਗੇ ਵੇਦਾਂ ਵਿੱਚ ਤਿੰਨ ਗੱਲਾਂ ਦਾ ਜ਼ਿਕਰ ਹੈ। ਇੱਕ ਹੈ ਕਰਮਕਾਂਡ, ਦੂਜਾ ਹੈ ਉਪਾਸ਼ਨਾ ਤੇ ਤੀਜਾ ਹੈ ਬ੍ਰਹਮ ਗਿਆਨ ਦੁਆਰਾ ਬ੍ਰਹਮ ਦੀ ਪ੍ਰਾਪਤੀ। ਤੇ ਅਸੀਂ ਤਾਂ ਇਹਨੂੰ ਇਹ ਗੱਲ ਕਹੀ ਹੈ ਵੀ ਤੂੰ ਇਸ ਤਰ੍ਹਾਂ ਕਰੇਗਾ ਤੇ ਪਾਪ ਮਿਟੇਗਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਭਾਈ ਅਸੀਂ ਤੁਹਾਨੂੰ ਬਚਨ ਸਮਝਾਉਂਦੇ ਆ, ਜਿਵੇਂ ਤੁਸੀਂ ਆਖਿਆ ਨਾ ਵੀ ਕਰਮ ਹੈ, ਉਪਾਸਨਾ ਹੈ ਤੇ ਬ੍ਰਹਮ ਗਿਆਨ ਹੈ, ਇਹ ਕਥਨ ਵੇਦਾਂ ਵਿੱਚ ਕਥਨ ਕੀਤਾ ਹੈ। ਸੰਸਾਰ ਦੀ ਉਤਪਤੀ ਵੀ ਤਿੰਨਾਂ ਚੀਜ਼ਾਂ ਤੋਂ ਹੋਈ ਹੈ, ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ। ਇਹ ਤਿੰਨ ਗੁਣ ਇਕੱਠੇ ਹੁੰਦੇ ਤਾਂ ਸੰਸਾਰ ਬਣਦਾ, ਜੇ ਤਿੰਨ ਗੁਣ ਇਕੱਠੇ ਨਾ ਹੋਣ ਤੇ ਦੁਨੀਆ ਨਹੀਂ ਬਣਦੀ ਹੈ। ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰੈਣ ਵਿਹਾਣੀ। ਤਿੰਨ ਗੁਣ ਰਜੋ ਤਮੋ ਤੇ ਸਤੋ ਗੁਣ ਹੈ, ਪਰ ਇਹਨਾਂ ਸਾਰਿਆਂ ਤੋਂ ਉੱਪਰ ਪ੍ਰਮਾਤਮਾ ਦਾ ਨਾਮ ਹੀ ਹੈ। ਪ੍ਰਮਾਤਮਾ ਦੇ ਨਾਮ ਦੇ ਮੁਕਾਬਲੇ ਕਰਮਕਾਂਡ ਕੁਝ ਵੀ ਨਹੀਂ ਹੈ। ਮਹਾਰਾਜ ਦਾ ਬਚਨ ਹੈ ਨਾ, ਲੋਹੈ ਅਤੇ ਗੋਹੈ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਇ। ਬ੍ਰਾਹਮਣ ਕਹਿੰਦੇ ਵੀ ਇਹਦੇ ਘਰ ਵਿੱਚ ਬੱਚਾ ਪੈਦਾ ਹੋਇਆ, ਇੱਥੇ ਰੋਟੀ ਨਹੀਂ ਖਾਣੀ। ਇਹਨਾਂ ਦੇ ਘਰ ਵਿੱਚ ਬਜ਼ੁਰਗ ਪੂਰਾ ਹੋ ਗਿਆ, ਸੂਤ ਆ ਗਿਆ, ਇੱਧਰ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਕਹਿਣ ਲੱਗੇ ਤੁਹਾਡੇ ਚੁੱਲ੍ਹੇ ਵਿੱਚ, ਲੱਕੜਾਂ ਵਿੱਚ, ਗੋਹੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਰੋਜ਼ ਮਰਦੇ ਨੇ। ਕਿੰਨੇ ਆਪਾਂ ਅੰਨ ਦੇ ਦਾਣੇ ਰੋਜ਼ ਖਾਂਦੇ ਆ ਤੇ ਉਹ ਅੰਨ ਦੇ ਵਿੱਚ ਵੀ ਜੀਵ ਨੇ। ਕਿੰਨਾ ਅਸੀਂ ਪਾਣੀ ਪੀਂਦੇ ਆ, ਪਾਣੀ ਵਿੱਚ ਕਿੰਨੇ ਜੀਵ ਨੇ, ਗਿਣਤੀ ਕੋਈ ਨਹੀਂ ਹੈ। ਇਹ ਮਹਾਰਾਜ ਨੇ ਉੱਥੇ ਉਪਦੇਸ਼ ਬਖਸ਼ਿਆ। ਨਾਮਦੇਵ ਜੀ ਕਹਿਣ ਲੱਗੇ ਤਿੰਨਾਂ ਤਰ੍ਹਾਂ ਤੋਂ ਸੰਸਾਰ ਬਣਦਾ, ਤਿੰਨਾਂ ਤਰ੍ਹਾਂ ਦੀ ਖੇਡ ਹੈ। ਉਹਦਾ ਇੱਥੇ ਵਰਣਨ ਕਰਦੇ ਪਏ, ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਕਹਿਣ ਲੱਗੇ ਭਾਈ ਤਿੰਨਾਂ ਤਰ੍ਹਾਂ ਦਾ ਬੜਾ ਚੰਗਾ ਖੇਲ ਹੈ। ਜਿਵੇਂ ਵੇਦਾਂ ਦੇ ਵਿੱਚ ਤਿੰਨ ਚੀਜ਼ਾਂ ਲਿਖੀਆਂ ਨੇ, ਕਰਮ ਕਾਂਡ, ਉਪਾਸ਼ਨਾ ਅਤੇ ਇਸੇ ਤਰ੍ਹਾਂ ਬ੍ਰਹਮ ਵਿਦਿਆ। ਦੁਨੀਆ ਦੇ ਵਿੱਚ ਤਿੰਨ ਤਰ੍ਹਾਂ ਦਾ ਖੇਲ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਤੇ ਤਾਂ ਇਹ ਸੰਸਾਰ ਬਣਿਆ। ਪਰ ਕਹਿਣ ਲੱਗੇ ਤੁਹਾਨੂੰ ਇਸ ਸ਼ਬਦ ਦੇ ਦੁਆਰਾ ਅਸੀਂ ਉਪਦੇਸ਼ ਦਿੰਦੇ ਹਾਂ, ਤੀਨ ਛੰਦੇ ਖੇਲ ਆਛੈ। ਤਿੰਨ ਤਰ੍ਹਾਂ ਦਾ ਵਰਣਨ ਕਰਕੇ ਪ੍ਰਮਾਤਮਾ ਦਾ ਜਸ ਵਰਣਨ ਕਰਦੇ ਹਾਂ। ਆਓ ਤੁਹਾਨੂੰ ਸ਼ਬਦ ਦੁਆਰਾ ਦਸੀਏ ਵੀ ਉਹ ਤਿੰਨ ਜੋੜ ਕਿਹੜੇ ਨੇ ਜਿਹੜੇ ਆਪੋ ਆਪਣੀ ਥਾਂ ਤੇ ਸ਼ੋਭਾ ਪਾਉਂਦੇ ਹਨ। ਕੁੰਭਾਰ ਕੇ ਘਰ ਹਾਂਡੀ ਆਛੈ। ਭਗਤ ਨਾਮਦੇਵ ਜੀ ਕਹਿਣ ਲੱਗੇ ਆਪੋ ਆਪਣੀ ਜਗ੍ਹਾ ਤੇ ਆਪੋ ਆਪਣੀ ਚੀਜ਼ ਹੀ ਚੰਗੀ ਲੱਗਦੀ ਹੈ। ਜਿੱਥੇ ਜਿਹੜੀ ਚੀਜ਼ ਨੇ ਫਿੱਟ ਹੋਣਾ ਨਾ, ਸੋਹਣੀ ਉਹਨੇ ਉੱਥੇ ਹੀ ਲੱਗਣਾ। ਤੇ ਸਾਰਿਆਂ ਤੋਂ ਪਹਿਲਾ ਬਚਨ ਵਰਤਿਆ ਘੁਮਿਆਰ ਦਾ। ਘੁਮਿਆਰ ਭਾਂਡੇ ਬਣਾਉਂਦਾ ਨਾ ਮਿੱਟੀ ਦੇ, ਤੇ ਘੁਮਿਆਰ ਦੇ ਘਰ ਦੀਆਂ ਕੰਧਾਂ ਦੇ ਉੱਪਰ ਵੀ ਮਿੱਟੀ ਦੇ ਭਾਂਡੇ ਬਣਾ ਕੇ ਉਹਨੇ ਰੱਖੇ ਹੋਏ। ਘੁਮਿਆਰ ਨੇ ਆਪਣੇ ਵਿਹੜੇ ਵਿੱਚ ਵੀ ਤੌੜੀਆਂ, ਚਾਟੀਆਂ, ਕਾਢਨੀਆਂ ਬਣਾ ਕੇ ਰੱਖੀਆਂ ਹੋਈਆਂ। ਘੁਮਿਆਰ ਦੇ ਵਿਹੜੇ ਵਿੱਚ ਵੀ ਭਾਂਡੇ ਪਏ ਨੇ, ਕੰਧਾਂ ਤੇ ਵੀ ਭਾਂਡੇ ਪਏ ਨੇ, ਚੱਪਣੀਆਂ ਸੁੱਕਣੇ ਪਾਈਆਂ ਹੋਈਆਂ ਕੋਠੇ ਦੀ ਛੱਤ ਤੇ। ਅੱਜ ਵੀ ਤੁਸੀਂ ਪਿੰਡਾਂ ਵਿੱਚ ਜਾਓਗੇ ਨਾ, ਘੁਮਿਆਰ ਦੇ ਘਰ ਦੇ ਕੋਲੋਂ ਦੀ ਲੰਘੋਗੇ ਤੇ ਉਹਦੀਆਂ ਕੰਧਾਂ ਦੇ ਉੱਪਰ ਇਹੋ ਜਿਹੇ ਮਿੱਟੀ ਦੇ ਭਾਂਡੇ ਉਹਨੇ ਰੱਖੇ ਹੋਏ। ਨਾਮਦੇਵ ਜੀ ਕਹਿਣ ਲੱਗੇ ਕੁਮਾਰ ਕਹਿ ਕਰ ਹਾਂਡੀ ਆਛੈ। ਹਾਂਡੀ ਨਾਮ ਤੌੜੀ ਦਾ। ਘੁਮਿਆਰ ਦੇ ਘਰ ਵਿੱਚ ਪਈਆਂ ਹੋਈਆਂ ਤੌੜੀਆਂ ਚੰਗੀਆਂ ਲੱਗਦੀਆਂ, ਕਾੜਦੀਆਂ ਚੰਗੀਆਂ ਲੱਗਦੀਆਂ, ਚੱਪਣੀਆਂ ਚੰਗੀਆਂ ਲੱਗਦੀਆਂ, ਹੋਰ ਬਣੇ ਹੋਏ ਮਿੱਟੀ ਦੇ ਭਾਂਡੇ, ਦੌਰੀਆਂ ਵਗੈਰਾ, ਇਹ ਸਾਰੀਆਂ ਚੰਗੀਆਂ ਲੱਗਦੀਆਂ। ਪਰ ਚੰਗੀਆਂ ਘੁਮਿਆਰ ਦੇ ਘਰੇ ਲੱਗਦੀਆਂ, ਕਿਉਂਕਿ ਉਹ ਉਹਨਾਂ ਦੀ ਸਹੀ ਜਗ੍ਹਾ ਹੈ। ਉਹਦੇ ਨਾਲ ਘੁਮਿਆਰ ਦੀ ਵੀ ਸ਼ੋਭਾ ਹੈ ਤੇ ਘੁਮਿਆਰ ਦੇ ਨਾਲ ਉਹਨਾਂ ਭਾਂਡਿਆਂ ਦੀ ਸ਼ੋਭਾ ਹੈ। ਪਰ ਜੇ ਉਹੀ ਭਾਂਡੇ ਆਪਾਂ ਚੁੱਕ ਕੇ ਸੁਨਿਆਰੇ ਦੇ ਘਰੇ ਲੈ ਚਲੀਏ, ਉੱਥੇ ਉਹਨਾਂ ਦੀ ਸ਼ੋਭਾ ਨਹੀਂ ਬਣੇਗੀ, ਕਿਉਂਕਿ ਸੁਨਿਆਰਾ ਨਹੀਂ ਨਾ ਉਹ ਕੰਮ ਕਰਦਾ। ਆਪੋ ਆਪਣੀ ਜਗ੍ਹਾ ਤੇ ਹਰੇਕ ਚੀਜ਼ ਚੰਗੀ ਲੱਗਦੀ ਹੈ। ਕੁਮਾਰ ਕਹਿ ਘਰ ਹਾਂਡੀ ਆਛੈ। ਘੁਮਿਆਰ ਦੇ ਘਰ ਵਿੱਚ ਹਾਂਡੀਆਂ, ਤੌੜੀਆਂ, ਮਿੱਟੀ ਦੇ ਬਰਤਨ ਬਣਾਏ ਹੋਏ, ਉਹ ਸ਼ੋਭਾ ਘੁਮਿਆਰ ਦੇ ਘਰ ਹੀ ਪਾਉਂਦੇ ਨੇ, ਕਿਉਂਕਿ ਅਸਲੀ ਜਗ੍ਹਾ ਉਹਨਾਂ ਦੀ ਉਹੀ ਹੈ। ਉੱਥੋਂ ਹੀ ਉਹਨਾਂ ਦੀ ਕਾਢ ਹੋਈ ਹੈ, ਉੱਥੋਂ ਹੀ ਉਹ ਬਣੀਆਂ ਨੇ। ਕਹਿਣ ਲੱਗੇ ਇਹ ਭਾਈ ਉੱਥੋਂ ਉਹਨਾਂ ਦਾ ਟਿਕਾਣਾ ਚੰਗਾ ਹੋਣ ਕਰਕੇ ਉੱਥੇ ਉਹਨਾਂ ਦੀ ਸ਼ੋਭਾ ਹੈ। ਰਾਜਾ ਕੇ ਘਰ ਸਾਂਢੀ ਗੋ। ਜਿਹੜਾ ਰਾਜਾ ਹੈ,
ਰਾਜੇ ਦੇ ਘਰ ਦੇ ਵਿੱਚ ਸਿਪਾਹੀ ਫੌਜਾਂ ਸੋਹਣੀਆਂ ਲੱਗਦੀਆਂ, ਕਿਉਂਕਿ ਰਾਜੇ ਨੇ ਰਾਜ ਕਰਨਾ, ਫੌਜ ਬਿਨਾਂ ਰਾਜ ਨਹੀਂ ਚੱਲੇਗਾ। ਰਾਜੇ ਦੇ ਸਿਪਾਹੀ ਅੱਗੇ ਪਿੱਛੇ ਦੌੜੇ ਫਿਰਦੇ, ਉਹਦੇ ਕਿਲਿਆਂ ਦੇ ਵਿੱਚ ਫੌਜ ਬੈਠੀ ਹੈ, ਉਹਦੇ ਬਾਰਡਰ ਤੇ ਫੌਜ ਬੈਠੀ ਹੈ। ਰਾਜੇ ਦੀ ਸ਼ੋਭਾ ਫੌਜ ਦੇ ਨਾਲ ਹੀ ਹੈ। ਗੁਰਮੁਖੋ, ਭਗਤ ਨਾਮਦੇਵ ਜੀ ਇਹ ਸਮਝਾ ਰਹੇ ਨੇ, ਹਰੇਕ ਜਗ੍ਹਾ ਆਪੋ ਆਪਣੀ ਚੀਜ਼ ਚੰਗੀ ਲੱਗਦੀ ਹੈ। ਜਿਵੇਂ ਘੁਮਿਆਰ ਦੇ ਘਰ ਵਿੱਚ ਤੌੜੀਆਂ ਚੰਗੀਆਂ ਲੱਗਦੀਆਂ, ਇਸੇ ਤਰ੍ਹਾਂ ਰਾਜੇ ਦੇ ਘਰ ਵਿੱਚ ਫੌਜਾਂ ਚੰਗੀਆਂ ਲੱਗਦੀਆਂ। ਹੁਣ ਮੰਨ ਲਓ ਕੋਈ ਲੀਡਰ ਹੈ, ਲੀਡਰ ਦੇ ਨਾਲ ਸਿਪਾਹੀ ਨੇ ਚਾਰ, ਲੀਡਰ ਦੀ ਵੀ ਟੌਰ ਹੈ, ਔਰ ਲੀਡਰ ਨੂੰ ਪੁੱਛੇਗਾ ਕੋਈ ਨਹੀਂ ਵੀ ਤੂੰ ਨਾਲ ਇਹ ਸਿਪਾਹੀ ਕਿਉਂ ਰੱਖੇ। ਪਰ ਜੇ ਉਹੀ ਚਾਰ ਸਿਪਾਹੀ ਕਿਸੇ ਘਰ ਚਲੇ ਜਾਣ, ਕਿਸੇ ਵਿਅਕਤੀ ਦੇ, ਤੇ ਲੋਕ ਪੁੱਛਦੇ ਨੇ ਵੀ ਤੁਹਾਡੇ ਘਰੇ ਪੁਲਿਸ ਆਈ ਸੀ, ਸਿਪਾਹੀ ਆਏ, ਕਿਉਂ ਆਏ ਸਨ। ਲੀਡਰ ਦੇ ਨਾਲ ਹਰ ਵੇਲੇ ਰਹਿੰਦੇ ਨੇ ਉਹਦੇ ਬੋਡੀਗਾਰਡ, ਪਰ ਲੀਡਰ ਨੂੰ ਕਦੇ ਕੋਈ ਨਹੀਂ ਪੁੱਛਦਾ ਵੀ ਇਹ ਤੇਰੇ ਘਰੇ ਕਿਉਂ ਆਏ ਨੇ, ਕਿਉਂਕਿ ਲੋਕਾਂ ਨੂੰ ਪਤਾ ਹੈ ਵੀ ਰਾਜੇ ਦੇ ਨਾਲ ਹੀ ਫੌਜ ਸੋਹਣੀ ਲੱਗਦੀ ਹੈ। ਪਰ ਉਹੀ ਫੌਜ ਜੇ ਕਿਤੇ ਆਮ ਬੰਦੇ ਦੇ ਘਰੇ ਚਲੇ ਜਾਵੇ, ਆਂਢੀ ਗੁਆਂਢੀ ਕੰਨ ਚੁੱਕ ਚੁੱਕ ਕੇ ਕੰਧਾਂ ਦੇ ਉੱਪਰ ਦੀ ਦੇਖਦੇ ਵੀ ਇੱਧਰ ਕੀ ਹੋਇਆ, ਕਿਉਂ ਇਹਨਾਂ ਘਰੇ ਪੁਲਿਸ ਆ ਗਈ ਹੈ, ਕਿਉਂ ਸਿਪਾਹੀ ਆ ਗਿਆ। ਮਹਾਰਾਜ ਕਹਿਣ ਲੱਗੇ, ਰਾਜਾ ਕੇ ਘਰ ਸਾਂਡੀ ਗੋ, ਸਾਂਡੀ ਤੋਂ ਭਾਵ ਫੌਜ। ਰਾਜਿਆਂ ਦੇ ਕਿਲਿਆਂ ਦੇ ਵਿੱਚ, ਰਾਜਿਆਂ ਦੇ ਘਰਾਂ ਵਿੱਚ ਫੌਜਾਂ ਸੋਹਣੀਆਂ ਲੱਗਦੀਆਂ ਬੈਠੀਆਂ ਹੋਈਆਂ, ਕਿਉਂਕਿ ਉਹਨਾਂ ਦਾ ਸੁਹੱਪਣ ਫੌਜਾਂ ਦੇ ਨਾਲ ਹੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਰਾਜਾ ਕੁੰਭਾਰ ਕੇ ਕਰ ਹਾਂਡੀਆਂ ਛੇ, ਰਾਜਾ ਕੇ ਕਰ ਸਾਂਡੀ ਗੋ। ਦੂਜਾ ਬਚਨ ਕਰਦੇ, ਰਾਜਾ ਕੇ ਕਰ ਸਾਂਡੀ। ਸਾਂਡੀ ਤੋਂ ਭਾਵ ਹੁੰਦਾ ਗੁਰਮੁਖੋ ਰਾਜਨੀਤੀ। ਰਾਜੇ ਦੇ ਕੋਲ ਹੀ ਰਾਜਨੀਤੀ ਚੰਗੀ ਲੱਗਦੀ ਹੈ। ਰਾਜਾ ਰਾਜਨੀਤੀ ਕਰੇ ਤੇ ਠੀਕ ਹੈ, ਜੇ ਧਾਰਮਿਕ ਬੰਦਾ ਰਾਜਨੀਤੀ ਕਰੇ ਤੇ ਫਿਰ ਠੀਕ ਨਹੀਂ ਹੈ। ਮੰਨ ਲਓ ਕਿ ਇੱਕ ਬੰਦਾ ਆਖੇ ਵੀ ਮੈਂ ਪੰਡਤ ਹਾਂ, ਵਿਦਵਾਨ ਹਾਂ, ਜਾਂ ਆਖੇ ਮੈਂ ਕਾਜੀ ਹਾਂ, ਜਾਂ ਆਖੇ ਮੈਂ ਜਥੇਦਾਰ ਹਾਂ, ਉਹ ਰਾਜਨੀਤੀ ਕਰੇ, ਉਹ ਗੱਲ ਫੱਬਦੀ ਨਹੀਂ ਹੈ। ਅੱਜ ਕੱਲ ਰਾਜਨੀਤੀ ਚੱਲਦੀ ਧਾਰਮਿਕ ਸਥਾਨਾਂ ਤੋਂ ਹੈ, ਧਰਮ ਦੇ ਨਾਂ ਤੇ ਚੱਲਦੀ ਪਈ ਹੈ। ਹਿੰਦੂ ਰਾਜਨੀਤੀ ਕਰਦਾ, ਉਹ ਕਹਿੰਦਾ ਮੰਦਿਰ ਬਣਾਵਾਂਗਾ, ਮੁਸਲਮਾਨ ਕਰਦਾ ਤੇ ਉਹ ਕਹਿੰਦਾ ਮਸਜਿਦ ਬਣਾਵਾਂਗਾ, ਕੋਈ ਜਥੇਦਾਰ ਕਰਦਾ ਤੇ ਉਹ ਕਹਿੰਦਾ ਫਲਾਣਾ ਬੜਾ ਮਾੜਾ ਤੇ ਦੂਜਾ ਬੜਾ ਚੰਗਾ ਹੈ ਤੇ ਮੈਂ ਇਸ ਤਰ੍ਹਾਂ ਕਰ ਦਿਆਂਗਾ। ਅੱਜ ਕੱਲ ਦੀ ਰਾਜਨੀਤੀ ਧਰਮ ਦੇ ਨਾਂ ਤੇ ਹੈ, ਧਰਮ ਦਾ ਮਖੌਟਾ ਪਾ ਕੇ। ਪਰ ਮਹਾਰਾਜ ਕਹਿਣ ਲੱਗੇ, ਰਾਜਨੀਤੀ ਅਸਲ ਵਿੱਚ ਰਾਜਿਆਂ ਨੂੰ ਚੰਗੀ ਲੱਗਦੀ ਹੈ, ਰਾਜਿਆਂ ਨੂੰ ਸ਼ੋਭਦੀ ਹੈ ਰਾਜਨੀਤੀ ਖੇਡਣੀ। ਪਰ ਰਾਜਨੀਤੀ ਆਪਣੇ ਦੇਸ਼ ਵਾਸਤੇ, ਆਪਣੇ ਲੋਕਾਂ ਦੇ ਭਲੇ ਵਾਸਤੇ ਹੋਵੇ, ਆਪਣੇ ਲੋਕਾਂ ਦਾ ਬੇੜਾ ਗਰਕ ਕਰਨ ਵਾਸਤੇ ਨਾ ਹੋਵੇ। ਪਰ ਅੱਜ ਕੱਲ ਦੇ ਲੀਡਰ ਜਿਹੜੇ ਨੂੰ ਆਪਣਾ ਹੀ ਸੋਚਦੇ, ਮੇਰੀ ਇੰਨੀ ਜ਼ਮੀਨ ਬਣ ਜਾਵੇ, ਮੇਰੇ ਇੰਨੇ ਹੋਟਲ ਬਣ ਜਾਣ, ਮੇਰੀ ਇੰਨੀ ਕਮਾਈ ਸਾਧਨ ਹੋ ਜਾਵੇ, ਮੈਨੂੰ ਸਟੇਟ ਵੀ ਗਿਰਵੀ ਰੱਖਣੀ ਪਵੇ ਤੇ ਰੱਖ ਦੇਵਾਂਗਾ, ਮੈਂ ਸਟੇਟ ਤੋਂ ਕੀ ਲੈਣਾ। ਇਹ ਮਾੜੀ ਗੰਦੀ ਰਾਜਨੀਤੀ ਆ, ਆਪਣਾ ਸੋਚਣਾ, ਤੇ ਜਿਨ੍ਹਾਂ ਨੇ ਬਣਾਇਆ ਤਖਤ ਦੇ ਉੱਪਰ ਬਿਠਾਇਆ ਉਹਨਾਂ ਦਾ ਨੁਕਸਾਨ ਕਰਨਾ। ਰੋ ਵਿਚਾਰ ਮਹਾਰਾਜ ਕਹਿਣ ਲੱਗੇ, ਰਾਜਾ ਕੇ ਕਰ ਸਾਂਡੀ ਗੋ। ਸਾਂਡੀ ਨਾਮ ਰਾਜਨੀਤੀ ਦਾ। ਰਾਜਿਆਂ ਨੂੰ ਰਾਜਨੀਤੀ ਜਿਹੜੀ ਹੈ ਨਾ, ਉਹ ਸ਼ੋਭਾ ਪਾਉਂਦੀ, ਚੰਗੀ ਲੱਗਦੀ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਰਾਜਾ ਕੇ ਘਰ ਸਾਂਡੀ ਗੋ। ਸਾਂਡੀ ਨਾਮ ਗੁਰਮੁਖੋ ਹਥਨੀ ਦਾ ਵੀ ਹੈ, ਹਾਥੀ ਦਾ। ਰਾਜਿਆਂ ਦੇ ਦਰਵਾਜ਼ਿਆਂ ਦੇ ਉੱਪਰ ਬੱਧੇ ਹੋਏ ਹਾਥੀ ਸੋਹਣੇ ਲੱਗਦੇ ਨੇ, ਕਿਉਂਕਿ ਰਾਜਾ ਉਹਨੂੰ ਪਾਲ ਸਕਦਾ ਨਾ, ਆਮ ਬੰਦਾ ਤੇ ਪਾਲ ਨਹੀਂ ਨਾ ਸਕਦਾ। ਰਾਜਿਆਂ ਦਾ ਕੰਮ ਹੈ ਹਾਥੀ ਪਾਲਣਾ। ਰਾਜਿਆਂ ਦੇ ਬੂਹੇ ਦੇ ਉੱਪਰ ਬੈਠੇ ਹੋਏ ਹਾਥੀ, ਖਲੋਤੇ ਹੋਏ ਹਾਥੀ, ਸ਼ਿੰਗਾਰੇ ਹੋਏ ਹਾਥੀ ਸੋਹਣੇ ਲੱਗਦੇ, ਆਮ ਬੰਦਾ ਨਹੀਂ ਪਾਲ ਸਕਦਾ। ਇਤਿਹਾਸ ਦੇ ਵਿੱਚ ਬਚਨ ਆਉਂਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਕਵੀ ਰਹਿੰਦੇ, ਕਵੀ ਲੋਕ ਕਵਿਤਾ ਸੁਣਾਉਂਦੇ। ਇੱਕ ਕਵੀ ਨੇ ਬੜੀ ਸੋਹਣੀ ਕਵਿਤਾ ਸੁਣਾਈ, ਪਰ ਹੈ ਵਿਚਾਰਾ ਆਮ ਇਨਸਾਨ ਆਪਣੇ ਵਰਗਾ। ਮਹਾਰਾਜ ਬੜੇ ਖੁਸ਼ ਹੋਏ ਕਵਿਤਾ ਸੁਣ ਕੇ, ਕਹਿਣ ਲੱਗੇ ਇਸ ਕਵੀ ਨੂੰ ਇੱਕ ਹਾਥੀ ਦੇ ਦਿਓ ਇਨਾਮ ਦੇ ਵਿੱਚ। ਹੁਣ ਮਹਾਰਾਜ ਦਾ ਹੁਕਮ ਹੋਇਆ ਤੇ ਫੌਜ ਦੇ ਵਿੱਚੋਂ ਇੱਕ ਹਾਥੀ ਉਸ ਕਵੀ ਨੂੰ ਦਿੱਤਾ ਗਿਆ। ਤੇ ਮਹਾਰਾਜ ਕਹਿਣ ਲੱਗੇ ਵੀ ਤੂੰ ਅੱਜ ਇਥੋਂ ਹਾਥੀ ਤੇ ਚੜ ਕੇ ਜਾਣਾ ਆਪਣੇ ਘਰ, ਤੇ ਘਰੋਂ ਹਾਥੀ ਤੇ ਚੜ ਕੇ ਇੱਥੇ ਆਇਆ, ਪਤਾ ਲੱਗੇ ਵੀ ਗੁਰੂ ਗੋਬਿੰਦ ਸਿੰਘ ਦਾ ਕਵੀ ਆ ਰਿਹਾ। ਕਵੀ ਨੇ ਹਾਥੀ ਲੈ ਲਿਆ, ਆਪਣੇ ਘਰ ਚਲੇ ਗਿਆ। ਜਦੋਂ ਦੂਜੇ ਕਵੀਆਂ ਨੂੰ ਪਤਾ ਲੱਗਾ ਨਾ, ਉਹਦੇ ਮਿੱਤਰਾਂ ਨੂੰ, ਬੜੇ ਖੁਸ਼ ਹੋਏ ਵੀ ਚਲੋ ਸਾਡੇ ਨਾਲ ਦੇ
ਬੰਦੇ ਨੂੰ ਹਾਥੀ ਮਿਲਿਆ। ਚਲੋ ਆਪਾਂ ਵਧਾਈ ਦੇ ਕੇ ਆਈਏ। ਜਦੋਂ ਵਧਾਈ ਦੇਣ ਗਏ, ਉਹ ਜਿਹਨੂੰ ਹਾਥੀ ਮਿਲਿਆ ਵਿਚਾਰਾ ਬੜਾ ਦੁਖੀ ਹੋ ਕੇ ਬੈਠਾ, ਬੜੀ ਚਿੰਤਾ, ਬੜਾ ਫਿਕਰ। ਨਾਲਦਿਆਂ ਨੇ ਜਾ ਕੇ ਵਧਾਈ ਦਿੱਤੀ ਤੇ ਉਹ ਚਿੰਤਾ ਵਿੱਚ ਕਹਿਣ ਲੱਗਾ, ਕਾਹਦੀ ਵਧਾਈ? ਮੇਰੇ ਤੇ ਗੱਲ ਵਿੱਚ ਬਿਪਤਾ ਪੈ ਗਈ ਹੈ। ਜਿੰਨਾ ਰਾਸ਼ਨ ਮੈਂ 6 ਮਹੀਨਿਆਂ 'ਚ ਖਾਣਾ, ਹਾਥੀ ਇੱਕ ਦਿਨ 'ਚ ਖਾ ਜਾਂਦਾ। ਮੈਂ ਹੁਣ ਹਾਥੀ ਨੂੰ ਪਾਲਾਂ ਕਿ ਪਰਿਵਾਰ ਪਾਲਾਂ? ਮੇਰੇ ਤੇ ਮਨ ਦੇ ਵਿੱਚ ਫਿਕਰ ਪੈ ਗਿਆ ਹੈ, ਇਹ ਹਾਥੀ ਮੈਂ ਕਿਵੇਂ ਪਾਲਾਂਗਾ? ਮਹਾਰਾਜ ਨੇ ਐਡਾ ਹਾਥੀ ਤੋਰ ਦਿੱਤਾ ਮੇਰੇ ਨਾਲ, ਜਿੰਨਾ ਹਾਥੀ ਇੱਕ ਦਿਨ ਵਿੱਚ ਖਾ ਜਾਂਦਾ। ਮੇਰੇ ਪਰਿਵਾਰ ਦਾ ਖਰਚਾ 6 ਮਹੀਨੇ ਦਾ, ਤੇ ਮੈਂ ਤੇ ਇੱਕ ਆਮ ਬੰਦਾ, ਹਾਥੀ ਮੈਂ ਕਿਵੇਂ ਪਾਲਾਂ? ਮੈਂ ਤੇ ਬੜਾ ਦੁਖੀ ਹਾਂ। ਉਹ ਨਾਲ ਦੇ ਕਵੀ ਕਹਿਣ ਲੱਗੇ ਵੀ ਗੱਲ ਤੇ ਠੀਕ ਹੈ, ਵੀ ਹਾਥੀ ਸ਼ੋਭਦੇ ਤੇ ਰਾਜਿਆਂ ਦੇ ਦਰਵਾਜ਼ਿਆਂ ਦੇ ਉੱਪਰ ਹੀ ਨੇ, ਆਮ ਬੰਦੇ ਦੀ ਵੱਸ ਦੀ ਗੱਲ ਨਹੀਂ ਵੀ ਹਾਥੀ ਪਾਲ ਲਵੇ। ਉਹਨਾਂ ਨੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ, ਮਹਾਰਾਜ ਕਵੀ ਨੂੰ ਹਾਥੀ ਤੇ ਦੇ ਦਿੱਤਾ, ਪਰ ਕਵੀ ਵਿਚਾਰਾ ਬੜਾ ਦੁਖੀ। ਉਹ ਕਹਿਣ ਲੱਗਾ ਵੀ ਮੈਂ ਪਰਿਵਾਰ ਨੂੰ ਪਾਲਾਂਗੇ, ਹਾਥੀ ਨੂੰ ਪਾਲਾਂ। ਸਤਿਗੁਰੂ ਬਚਨ ਸੁਣ ਕੇ ਹੱਸ ਪੈ, ਕਹਿਣ ਲੱਗੇ ਗੱਲ ਤੇ ਉਹਦੀ ਵੀ ਠੀਕ ਹੈ, ਵੀ ਹਾਥੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਪਾਲਣਾ। ਮਹਾਰਾਜ ਨੇ ਹੁਕਮ ਲਾਇਆ, ਕਹਿਣ ਲੱਗੇ ਲਿਆਓ ਬੁਲਾ ਕੇ ਕਵੀ। ਬੁਲਾਇਆ ਗਿਆ ਦਰਬਾਰ ਦੇ ਵਿੱਚ। ਮਹਾਰਾਜ ਨੇ ਪੁੱਛਿਆ ਕੀ ਗੱਲ ਹੈ, ਉਦਾਸ ਕਿਉਂ ਹੈ? ਕਹਿਣ ਲੱਗਾ ਉਦਾਸੀ ਦਾ ਕਾਰਨ ਮਹਾਰਾਜ ਇਹੋ ਹੀ ਹੈ, ਜਿੰਨਾ ਖਰਚਾ 6 ਮਹੀਨੇ ਦਾ ਹਾਥੀ ਇੱਕ ਦਿਨ ਵਿੱਚ ਉਹਨਾਂ ਕਰਾਉਂਦਾ, ਮੈਂ ਹਾਥੀ ਨੂੰ ਪਾਲਾਂਗੇ, ਪਰਿਵਾਰ ਨੂੰ ਪਾਲਾਂ। ਮਹਾਰਾਜ ਕਹਿਣ ਲੱਗੇ ਗੱਲ ਤੇ ਠੀਕ ਹੈ। ਉਹਨੇ ਮੋਢੇ ਤੇ ਪਰਨਾ ਰੱਖਿਆ ਹੋਇਆ, ਚਾਦਰ ਰੱਖੀ ਹੋਈ। ਮਹਾਰਾਜ ਕਿਤੇ ਚਾਦਰ ਵਿਛਾ, ਜਦੋਂ ਚਾਦਰ ਵਿਛਾਈ ਤੇ ਭਰ ਕੇ ਸੋਨੇ ਦੀਆਂ ਮੋਹਰਾਂ ਦੀ ਢਾਲ ਉਹ ਚਾਦਰ ਦੇ ਉੱਪਰ ਪਾਈ ਗਈ। ਮਹਾਰਾਜ ਕਹਿਣ ਲੱਗੇ ਇੰਨਾ ਸੋਨਾ ਤੈਨੂੰ ਦਾਨ ਕੀਤਾ, ਹਾਥੀ ਨੂੰ ਵੀ ਖਵਾਈ ਚੱਲ, ਆਪ ਵੀ ਖਾਈ ਚੱਲ, ਇਹ ਮੁੱਕੇਗਾ ਨਹੀਂ। ਇਹ ਹਾਥੀ ਘੋੜੇ ਇਹ ਰਾਜਿਆਂ ਦੇ ਦਰਵਾਜ਼ਿਆਂ ਉੱਪਰ ਹੀ ਸ਼ੋਭਾ ਪਾਉਂਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਵਾਜ਼ੇ ਤੇ ਸੋਹਣੇ ਲੱਗਦੇ। ਹਾਥੀ ਬੰਦੇ ਆਮ ਬੰਦੇ ਦੀ ਵੱਸ ਦੀ ਗੱਲ ਕਿੱਥੋਂ ਹੈ ਵੀ ਹਾਥੀ ਨੂੰ ਸਾਂਭ ਲਵੇ। ਮਹਾਰਾਜ ਕਹਿਣ ਲੱਗੇ ਰਾਜਾ ਕੇ ਕਰ ਸਾਂਡੀ ਗੋ, ਸਾਂਡੀ ਨਾਮ ਹਥਨੀ ਦਾ, ਹਾਥੀ ਦਾ। ਰਾਜਿਆਂ ਦੇ ਦਰਵਾਜ਼ਿਆਂ ਦੇ ਉੱਪਰ ਬੱਧੇ ਹੋਏ ਹਾਥੀ ਸੋਹਣੇ ਲੱਗਦੇ, ਉਹਨਾਂ ਦੀ ਸ਼ੋਭਾ ਬਣਦੀ ਹੈ, ਕਿਉਂਕਿ ਰਾਜਿਆਂ ਦਾ ਸ਼ਿੰਗਾਰ ਹੀ ਹਾਥੀ ਘੋੜੇ। ਬਚਨ ਆਉਂਦਾ ਇਤਿਹਾਸ ਦੇ ਵਿੱਚ ਵੀ ਲੰਕਾ ਦੇ ਕਈ ਦਰਵਾਜ਼ੇ ਨੇ, ਜਿਸ ਲੰਕਾ ਦੇ ਵਿੱਚ ਰਾਵਣ ਰਾਜ ਕਰਦਾ, ਪਰ ਹਰੇਕ ਦਰਵਾਜ਼ੇ ਦੇ ਬਾਰ-ਬਾਰ ਘੋੜੇ ਵੀ ਸ਼ਿੰਗਾਰ ਕੇ ਖੜੇ ਕੀਤੇ ਹੋਏ ਤੇ ਹਾਥੀ ਵੀ ਸ਼ਿੰਗਾਰ ਕੇ ਖੜੇ ਕੀਤੇ ਹੋਏ। ਮਹਾਵਤ ਨੂੰ ਪਤਾ ਨਹੀਂ ਹੈ, ਪਤਾ ਨਹੀਂ ਕਿਹੜਾ ਕਿਲੇ ਦਾ ਦਰਵਾਜ਼ਾ ਖੁੱਲੇ ਤੇ ਕਿਹੜੇ ਦਰਵਾਜ਼ੇ ਵਿੱਚੋਂ ਰਾਵਣ ਬਾਹਰ ਆ ਜਾਵੇ, ਆਖੇ ਵੀ ਅੱਜ ਤੇ ਮੈਂ ਹਾਥੀ ਦਾ ਸਫ਼ਰ ਕਰਨਾ। ਇਹ ਨਾ ਹੋਵੇ ਕਿਤੇ ਹਾਥੀ ਤਿਆਰ ਹੀ ਨਾ ਹੋਵੇ। ਹਰੇਕ ਦਰਵਾਜ਼ੇ ਦੇ ਬਾਹਰ ਹਾਥੀ ਸ਼ਿੰਗਾਰ ਕੇ ਪਹਿਲਾਂ ਹੀ ਖੜੇ ਕੀਤੇ ਜਾਂਦੇ। ਰਾਵਣ ਭਾਵੇਂ ਕਿਲੇ ਚੋਂ ਬਾਹਰ ਨਿਕਲੇ ਤੇ ਭਾਵੇਂ ਨਾ ਨਿਕਲੇ, ਪਰ ਉਹ ਜੇ ਨਿਕਲੇ ਤੇ ਤਿਆਰੀ ਪਹਿਲਾਂ ਹੋਵੇ। ਮਹਾਰਾਜ ਕਹਿਣ ਲੱਗੇ ਰਾਜਿਆਂ ਦੇ ਦਰਵਾਜ਼ਿਆਂ ਦੇ ਉੱਪਰ ਹਾਥੀ ਖੜੇ ਹੋਏ ਸੋਹਣੇ ਲੱਗਦੇ ਨੇ, ਕਿਉਂਕਿ ਉਹ ਹਾਥੀਆਂ ਨੂੰ ਪਾਲ ਸਕਦਾ। ਫਿਰ ਬਖਸ਼ਿਸ਼ ਕਰਦੇ ਹਨ। ਰਾਜਾ ਕੇ ਘਰ ਸਾਂਡੀ ਗੋ, ਗੁਰਮੁਖੋ ਸਾਂਡੀ ਨਾਮ ਉਠਣੀ ਦਾ ਵੀ ਹੈ, ਊਠ ਜਿਹਨੂੰ ਆਪਾਂ ਕਹਿ ਦਿੰਦੇ, ਊਠ ਉਠਣੀ। ਰਾਜਿਆਂ ਦੇ ਦਰਵਾਜ਼ਿਆਂ ਦੇ ਉੱਪਰ ਊਠ ਤੇ ਉਠਣੀਆਂ ਬੱਧੇ ਹੋਏ ਖਲੋਤੇ ਹੋਏ ਸੋਹਣੇ ਲੱਗਦੇ, ਕਿਉਂਕਿ ਰਾਜੇ ਦੀ ਫੌਜ ਜਦੋਂ ਮਾਰੂ ਥਲ ਵਿੱਚ ਜਾਵੇਗੀ ਉਸ ਵੇਲੇ ਉਠਣੀਆਂ ਦੀ ਲੋੜ ਪਵੇਗੀ। ਉਸ ਵੇਲੇ ਰਾਜੇ ਦੀ ਫੌਜ ਊਠਾਂ ਤੇ ਚੜ੍ਹ ਕੇ ਚੱਲਦੀ ਹੈ। ਜਿਵੇਂ ਰਾਜਸਥਾਨ ਦੇ ਵਿੱਚ ਰਾਜਪੂਤ ਰਾਜੇ ਨੇ, ਕਈ ਰਿਆਸਤਾਂ ਨੇ, ਉਹਨਾਂ ਰਿਆਸਤਾਂ ਵਿੱਚ ਉਹਨਾਂ ਰਾਜਿਆਂ ਦੇ ਕੋਲ ਊਠ ਬੱਧੇ ਹੋਏ, ਉਹਨਾਂ ਊਠਾਂ ਕਰਕੇ ਰਾਜਿਆਂ ਦੀ ਸ਼ੋਭਾ ਬਣਦੀ ਹੈ। ਬਾਮਣ ਕੇ ਘਰ ਰਾਂਡੀਆਂ ਛੇ। ਭਗਤ ਨਾਮਦੇਵ ਜੀ ਕਹਿਣ ਲੱਗੇ ਤੀਜਾ ਬਚਨ ਸਾਡਾ ਇਹ ਹੈ ਵੀ ਤਿੰਨਾਂ ਛੰਦਾਂ ਦਾ ਅਸੀਂ ਖੇਲ ਬਣਾਉਂਦੇ ਪਏ ਹਾਂ, ਸਜਾਵਟ ਜਸ ਕਰਦੇ ਪਏ ਹਾਂ। ਬਾਹਮਣ ਦੇ ਘਰ ਵਿੱਚ ਰਾਂਡੀ ਤੋਂ ਭਾਵ ਹੁੰਦਾ ਪੱਤਰੀ। ਬਾਹਮਣ ਦੇ ਘਰ ਵਿੱਚ ਪਈਆਂ ਹੋਈਆਂ ਪੱਤਰੀਆਂ ਸੋਹਣੀਆਂ ਲੱਗਦੀਆਂ। ਲੋਕ ਪੱਤਰੀ ਬਣਾਉਂਦੇ ਨਾ ਬੱਚੇ ਬੱਚੀ ਦੀ, ਫਿਰ ਕੁੰਡਲੀ ਬਣਾਉਂਦੇ, ਫਿਰ ਸ਼ਗਨ ਉਪਸ਼ਗਨ ਦੀ ਵਿਚਾਰ ਕਰਦੇ। ਕਹਿਣ ਲੱਗੇ ਉਹ ਪੱਤਰੀਆਂ, ਉਹ ਜੋਤਿਸ਼ ਵਿਦਿਆ, ਉਹ ਸਾਰੀਆਂ ਕੁੰਡਲੀਆਂ ਵਗੈਰਾ ਉਹ ਬ੍ਰਾਹਮਣਾਂ ਦੇ ਘਰ ਵਿੱਚ ਪਈਆਂ ਹੀ ਚੰਗੀਆਂ ਲੱਗਦੀਆਂ, ਕਿਉਂਕਿ ਉਹਨੂੰ ਬਣਾ ਹੀ ਬ੍ਰਾਹਮਣ ਸਕਦਾ, ਉਹਦਾ ਭਵਿੱਖ ਦੱਸ ਵੀ ਬ੍ਰਾਹਮਣ ਹੀ ਸਕਦਾ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਬਾਹਮਣ ਕੇ ਕਰ ਰਾਂਡੀ ਆਛੈ, ਰਾਂਡੀ ਤੋਂ ਭਾਵ ਪੱਤਰੀਆਂ, ਭਵਿੱਖ ਦੱਸਣ ਵਾਲੀਆਂ।
ਜੋਸ਼ ਵਿਦਿਆ ਦੇ ਗ੍ਰੰਥ, ਕੁੰਡਲੀਆਂ ਵਿਆਹ ਸ਼ਾਦੀਆਂ ਦੀਆਂ ਮਿਲਾਉਣ ਵਾਲੀਆਂ। ਕਹਿਣ ਲੱਗੇ ਉਹ ਬਾਹਮਣਾਂ ਦੇ ਘਰ ਵਿੱਚ ਹੀ ਭਾਈ ਸੋਹਣੀਆਂ ਲੱਗਦੀਆਂ ਇਹ ਚੀਜ਼ਾਂ, ਕਿਉਂਕਿ ਬ੍ਰਾਹਮਣ ਨੂੰ ਉਸ ਗੱਲ ਦਾ ਗਿਆਨ ਹੈ, ਬ੍ਰਾਹਮਣ ਨੇ ਉਹਨੂੰ ਤਿਆਰ ਕੀਤਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਰਾਂਡੀ ਤੋਂ ਭਾਵ ਹੁੰਦਾ ਰੰਡੀ, ਜਿਸ ਬੀਬੀ ਦਾ ਪਤੀ ਮਰ ਗਿਆ। ਹਿੰਦੁਸਤਾਨ ਦੇ ਕੁਝ ਇਲਾਕਿਆਂ ਵਿੱਚ ਅੱਜ ਵੀ ਇਹ ਰਿਵਾਜ ਹੈ, ਪਹਿਲਾਂ ਵੀ ਇਹ ਰਿਵਾਜ ਸੀ ਕਿ ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਉਸ ਔਰਤ ਨੂੰ ਫਿਰ ਮੰਦਿਰ ਦੇ ਵਿੱਚ ਛੱਡ ਦਿੱਤਾ ਜਾਂਦਾ। ਮੰਦਿਰ ਦੇ ਨਾਲ ਇੱਕ ਆਸ਼ਰਮ ਬਣਾਇਆ ਜਾਂਦਾ, ਉਸ ਆਸ਼ਰਮ ਦੇ ਵਿੱਚ ਵਿਧਵਾ ਔਰਤਾਂ ਰੱਖੀਆਂ ਜਾਂਦੀਆਂ ਤੇ ਉਹਨਾਂ ਸਾਰਿਆਂ ਦੀ ਰਾਖੀ ਬ੍ਰਾਹਮਣ ਕਰਦਾ। ਉਹ ਬ੍ਰਾਹਮਣ ਦੀਆਂ ਘਰ ਵਾਲੀਆਂ ਹੀ ਬਣ ਜਾਂਦੀਆਂ ਸਾਰੀਆਂ। ਕਹਿਣ ਲੱਗੇ ਉਹ ਵਿਧਵਾ ਔਰਤਾਂ ਰੰਡੀਆਂ ਜਿਹੜੀਆਂ ਨੇ, ਜਿਨ੍ਹਾਂ ਨੇ ਘਰ-ਬਾਰ ਛੱਡ ਦਿੱਤਾ, ਜਿਨ੍ਹਾਂ ਦੇ ਪਤੀ ਪੂਰੇ ਹੋ ਗਏ, ਉਹ ਬ੍ਰਾਹਮਣ ਦੇ ਘਰ ਵਿੱਚ ਬੈਠੀਆਂ ਹੀ ਚੰਗੀਆਂ ਲੱਗਦੀਆਂ। ਉੱਥੇ ਉਹਨਾਂ ਦਾ ਸਨਮਾਨ ਹੁੰਦਾ, ਉੱਥੇ ਲੋਕ ਉਹਨਾਂ ਨੂੰ ਨਮਸਕਾਰ ਕਰਦੇ ਵੀ ਇਹ ਮੰਦਿਰ ਦੇ ਵਿੱਚ ਚੜੀ ਹੋਈ ਹੈ, ਇਹ ਦੇਵੀ ਹੈ, ਉਹਦਾ ਸਤਿਕਾਰ ਹੁੰਦਾ। ਪਰ ਉਹੀ ਜੇ ਰੰਡੀ ਔਰਤ, ਵਿਧਵਾ ਔਰਤ ਕਿਤੇ ਹੋਰ ਪਾਸੇ ਚਲੇ ਜਾਵੇ ਤੇ ਲੋਕ ਤਾਨੇ ਦਿੰਦੇ, ਮਿਹਣੇ ਦਿੰਦੇ, ਕਈ ਤਰ੍ਹਾਂ ਦਾ ਊਲ ਜਲੂਲ ਬੋਲਦੇ। ਕਹਿਣ ਲੱਗੇ ਬ੍ਰਾਹਮਣ ਦੇ ਘਰ ਵਿੱਚ ਹੀ ਭਾਈ ਉਹ ਰੰਡੀ ਵਿਧਵਾ ਔਰਤ ਜਿਹੜੀ ਹੈ ਨਾ, ਚੜੀਆਂ ਹੋਈਆਂ ਮੰਦਿਰ ਦੇ ਵਿੱਚ ਚੜਾਈਆਂ ਗਈਆਂ, ਉਹ ਸੋਹਣੀਆਂ ਲੱਗਦੀਆਂ। ਉਹ ਦੇਵੀਆਂ ਦੇ ਸਮਾਨ ਉਹ ਸਤਿਕਾਰ ਪਾਉਂਦੀਆਂ। ਕਹਿਣ ਲੱਗੇ ਭਾਈ ਇਹ ਇਸ ਤਰ੍ਹਾਂ ਦੀ ਖੇਡ ਹੈ। ਇਸੇ ਤਰ੍ਹਾਂ ਗੁਰਮੁਖੋ ਰਾਂਡੀ ਤੋਂ ਭਾਵ ਪਤਰੀ ਜਿਹੜੀ ਹੈ ਉਹ ਬ੍ਰਾਹਮਣ ਦੇ ਘਰੇ ਸੋਹਣੀ ਲੱਗਦੀ ਹੈ। ਸਾਡੀ ਕਹੀਏ ਰਾਜਨੀਤੀ ਕਹੀਏ ਰਾਜੇ ਦੇ ਘਰੇ ਸੋਹਣੀ ਲੱਗਦੀ ਹੈ। ਇਸੇ ਤਰ੍ਹਾਂ ਹਾਂਡੀ ਕਹੀਏ ਤੌੜੀ, ਘੜਾ, ਇਹ ਕਹਿਣ ਲੱਗੇ ਵੀ ਬਾਣੀ ਘੁਮਿਆਰ ਦੇ ਘਰੇ ਸੋਹਣਾ ਲੱਗਦਾ ਹੈ। ਇਹ ਤਿੰਨ ਤਰ੍ਹਾਂ ਦਾ ਖੇਡ ਹੈ, ਤਿੰਨ ਤਰ੍ਹਾਂ ਦੀ ਇਹ ਦੁਨੀਆ ਹੈ, ਇਹ ਤਿੰਨ ਤਰ੍ਹਾਂ ਦਾ ਜਸ ਇੱਥੇ ਵਰਣਨ ਕੀਤਾ ਹੈ। ਜਿਹੜਾ ਬਾਣੀਆ ਹੈ ਨਾ, ਦੁਕਾਨਦਾਰ, ਦੁਕਾਨ ਤੇ ਬੈਠਣ ਵਾਲਾ, ਉਸ ਬਾਣੀਏ ਦੇ ਘਰ ਵਿੱਚ ਪਈ ਹੋਈ ਹਿੰਗ ਜਿਹੜੀ ਹੈ ਉਹ ਸ਼ੋਭਾ ਪਾਉਂਦੀ ਹੈ। ਹੁਣ ਆਪਾਂ ਹਿੰਗ ਰੱਖ ਲਵਾਂਗੇ ਤਾਂ ਲੋਕ ਪੁੱਛਣਗੇ ਵੀ ਇੱਥੋਂ ਮਹਿਕ ਆਉਂਦਾ ਪਿਆ, ਤੁਹਾਡੇ ਘਰੇ ਹਿੰਗ ਪਈ ਹੈ ਜਾਂ ਹਿੰਗ ਹੈ, ਲੋਕ ਸਾਨੂੰ ਪੁੱਛਣਗੇ ਵਿਸ਼ੇਸ਼ ਤੌਰ ਤੇ। ਪਰ ਉਹੀ ਹਿੰਗ ਜੇ ਬਾਣੀਏ ਦੀ ਦੁਕਾਨ ਤੇ ਪਈ ਹੋਵੇ, ਉੱਥੇ ਵਿਸ਼ੇਸ਼ ਕਰਕੇ ਕੋਈ ਨਹੀਂ ਪੁੱਛਦਾ, ਕਿਉਂਕਿ ਪਤਾ ਵੀ ਬਾਣੀਏ ਕੋਲ ਹਿੰਗ ਤੇ ਜ਼ਰੂਰ ਹੋਵੇਗੀ। ਹਿੰਗ ਵਰਗੀਆਂ ਵਸਤੂਆਂ ਬਾਣੀਏ ਦੀ ਦੁਕਾਨ ਤੇ, ਬਾਣੀਏ ਦੇ ਘਰ ਵਿੱਚ ਹੀ ਸੋਹਣੀਆਂ ਲੱਗਦੀਆਂ ਨੇ, ਉੱਥੇ ਹੀ ਉਹਨਾਂ ਦੀ ਸ਼ੋਭਾ ਹੈ। ਬਾਣੀਏ ਕੇ ਘਰ ਹੀਂਗ ਅੱਛ ਹੈ। ਹੀਂਗ ਤੋਂ ਭਾਵ ਹਿੰਗ ਇੱਕ ਚਬਾਇਆ ਜਾਣ ਵਾਲਾ ਪਦਾਰਥ, ਜਿਹਦੇ ਨਾਲ ਕਈ ਤਰ੍ਹਾਂ ਦੇ ਰੋਗ ਦੂਰ ਹੁੰਦੇ। ਵੈਦ ਹਕੀਮ ਹਿੰਗ ਦੀ ਵਰਤੋਂ ਕਰਦੇ। ਕਹਿਣ ਲੱਗੇ ਭਾਈ ਇਹ ਹਿੰਗ ਜਿਹੜੀ ਹੈ ਬਾਣੀਏ ਦੀ ਦੁਕਾਨ ਤੇ ਹੀ ਸੋਹਣੀ ਲੱਗਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਹੀਂਗ ਦਾ ਦੂਜਾ ਅਰਥ ਕਰਦੇ ਨੇ ਹੁੰਡੀ ਬਣਾਉਣੀ। ਹੁੰਡੀ ਜਿਵੇਂ ਅੱਜ ਆਪਾਂ ਚੈੱਕ ਬਣਾ ਦਿੰਦੇ ਆ ਨਾ, ਕਿਸੇ ਨੂੰ ਪੈਸੇ ਦੇਣੇ ਹੋਣ ਤੇ ਉਹਦੇ ਨਾਂ ਦਾ ਚੈੱਕ ਕੱਟਿਆ ਜਾਂਦਾ, ਉਹ ਚੈੱਕ ਲੈ ਕੇ ਕਿਤੇ ਵੀ ਜਾ ਕੇ ਬੈਂਕ ਦੇ ਵਿੱਚ ਲਾ ਸਕਦਾ ਹੈ। ਮੰਨ ਲਓ ਵੀ ਆਪਾਂ ਇੱਥੋਂ ਉਹਨੂੰ ਚੈੱਕ ਦਿੱਤਾ, ਉਹ ਦਿੱਲੀ ਚਲੇ ਗਿਆ, ਬੰਬੇ ਚਲਾ ਗਿਆ, ਉੱਥੇ ਜਾ ਕੇ ਉਹ ਚੈੱਕ ਲਾਵੇਗਾ, ਉਹਨੂੰ ਪੈਸੇ ਮਿਲ ਜਾਣਗੇ। ਉਹਨਾਂ ਸਮਿਆਂ ਵਿੱਚ ਹੁੰਡੀ ਹੁੰਦੀ ਸੀ, ਹੁੰਡੀ ਬਣਾਉਂਦੇ ਸਨ ਵੀ ਜੇ ਕੋਈ ਪੈਸੇ ਨਹੀਂ ਨਾਲ ਲੈ ਕੇ ਜਾ ਸਕਦਾ, ਹੁੰਡੀ ਬਣਾ ਕੇ ਲੈ ਜਾਵੇ। ਤੇ ਹੁੰਡੀ ਬਣਾਉਂਦਾ ਸੀ ਬਾਣੀਆ, ਕਿਉਂਕਿ ਬਾਣੀਆ ਸ਼ਾਹੂਕਾਰ ਹਨ, ਬਾਣੀਏ ਕੋਲ ਹੀ ਪੈਸਾ, ਜਿਹਦੇ ਕੋਲ ਪੈਸਾ ਉਹਨੇ ਹੀ ਬਣਾਉਣੀ। ਮਹਾਰਾਜ ਕਹਿਣ ਲੱਗੇ ਹੁੰਡੀਆਂ ਪੈਸੇ ਦਾ ਦਾਨ ਪ੍ਰਦਾਨ ਕਰਨ ਵਾਲੀਆਂ, ਇਧਰੋਂ ਉਧਰ ਪੈਸਾ ਲੈ ਕੇ ਜਾਣ ਵਾਲੀਆਂ, ਟ੍ਰਾਂਸਫਰ ਕਰਨ ਵਾਲੀਆਂ ਹੁੰਡੀਆਂ ਜਿਹੜੀਆਂ ਨੇ ਉਹ ਬਾਣੀਏ ਦੇ ਘਰ ਹੀ ਸ਼ੋਭਾ ਪਾਉਂਦੀਆਂ, ਕਿਉਂਕਿ ਬਾਣੀਆ ਉਹਨਾਂ ਨੂੰ ਬਣਾ ਕੇ ਦਿੰਦਾ ਹੈ। ਉਸ ਦੇ ਨਾਲ ਫਿਰ ਮਾਇਆ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਦੀ ਹੈ। ਇਹ ਹੁੰਡੀ ਜਿਹੜੀ ਹੈ ਬਾਣੀਏ ਦੇ ਘਰ ਹੀ ਸ਼ੋਭਾ ਪਾਉਂਦੀ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਹੀਂਗ ਨਾਮ ਗਧੇ ਦਾ ਵੀ ਹੈ। ਮੁਲਤਾਨ ਦਾ ਇਲਾਕਾ ਨਾ ਪਾਕਿਸਤਾਨ ਦੇ ਵਿੱਚ, ਉਸ ਇਲਾਕੇ ਵਿੱਚ ਰਿਵਾਜ ਹੈ ਜਦੋਂ ਕੋਈ ਬਾਣੀਆ ਆਪਣੀ ਲੜਕੀ ਦਾ ਵਿਆਹ ਕਰਦਾ ਨਾ ਤਾਂ ਬਾਣੀਆ ਦਾਜ ਦੇ ਵਿੱਚ ਗਧਾ ਦਿੰਦਾ। ਜਿਵੇਂ ਆਪਾਂ ਦਾਜ ਦੇ ਵਿੱਚ ਮੰਜਾ ਦਿੰਦੇ ਆ, ਮਸ਼ੀਨ ਦਿੰਦੇ ਆ, ਜਾਂ ਹੋਰ ਕਈ ਵਸਤੂਆਂ ਬਿਸਤਰੇ ਦਿੰਦੇ ਆ, ਸੋਨਾ ਚਾਂਦੀ ਗਹਿਣਾ ਦਿੰਦੇ ਆ, ਉਸ ਇਲਾਕੇ ਵਿੱਚ ਬਾਣੀਆ ਜਦੋਂ ਵਿਆਹ ਕਰਦਾ ਹੈ ਉਹ ਵਿਆਹ ਦੇ ਵਿੱਚ ਗਧਾ ਦਿੰਦਾ ਹੈ ਦਾਜ ਦੇ ਵਿੱਚ।
ਵੀ ਗਧੇ ਦੇ ਉੱਤੇ ਰੱਖ ਕੇ ਸਮਾਨ ਢੋਇਆ ਜਾ ਸਕੇ, ਇਹਦੇ ਨਾਲ ਜਿਹੜਾ ਹੈ ਵਪਾਰ ਕੀਤਾ ਜਾ ਸਕੇ, ਰੋਜੀ ਰੋਟੀ ਦਾ ਸਾਧਨ ਬਣਾਇਆ ਜਾ ਸਕੇ। ਸੋ ਉਸ ਇਲਾਕੇ ਵਿੱਚ ਗਧਾ ਦਾਜ ਦੇ ਵਿੱਚ ਦਿੱਤਾ ਜਾਂਦਾ, ਮੁਲਤਾਨ ਦੇ ਨੇੜੇ ਬੰਨੇ। ਮਹਾਰਾਜ ਕਹਿਣ ਲੱਗੇ ਬਾਣੀਏ ਕੇ ਕਰ ਹੀਂਗ ਆਛੈ, ਬਾਣੀਆਂ ਦੇ ਦਿੱਤੇ ਹੋਏ ਗਧੇ ਦਾਜ ਦੇ ਵਿੱਚ ਹੀ ਸ਼ੋਭਾ ਪਾਉਂਦੇ ਨੇ। ਆਪਾਂ ਕਿਸੇ ਨੂੰ ਗਧਾ ਦਾਨ ਕਰਾਂਗੇ ਲੋਕ ਹੱਸਣਗੇ ਵੀ ਇਹ ਮੂਰਖ ਲੋਕ ਖੋਤਾ ਦਾਨ ਕਰਦੇ ਪਏ, ਪਰ ਜੇ ਉਹੀ ਖੋਤਾ ਬਾਣੀਆਂ ਦਾਨ ਕਰੇ ਲੋਕੀ ਆਖਣਗੇ ਵੀ ਠੀਕ ਹੈ ਭਈ ਇਹਨੇ ਆਪਣੇ ਧੀ ਪੁੱਤਰ ਨੂੰ ਕੰਮ ਤੇ ਲਾਇਆ ਹੈ। ਕਹਿਣ ਲੱਗੇ ਉਹ ਗਧੇ ਭਾਈ ਬਾਣੀਆਂ ਦੇ ਘਰਾਂ ਵਿੱਚ ਸ਼ੋਭਾ ਪਾਉਂਦੇ ਹਨ। ਪੈਸਰ ਮਾਥੇ ਸਿੰਘੋ, ਪੈਸਰ ਨਾਮ ਭੈਂਸ ਦਾ, ਭੈਂਸ ਕਹਿੰਦੇ ਮੱਝ ਨੂੰ। ਕਹਿਣ ਲੱਗੇ ਮੱਝ ਦੇ ਸਿਰ ਦੇ ਉੱਪਰ ਲੱਗੇ ਹੋਏ ਸਿੰਗ ਸੋਹਣੇ ਲੱਗਦੇ ਨੇ। ਹੁਣ ਮੰਨ ਲਓ ਵੀ ਮੱਝ ਦੇ ਸਿੰਗ ਕੁੰਡੇ ਨੇ, ਐ ਚੰਗੀ ਤਰ੍ਹਾਂ ਮੁੜੇ ਹੋਏ, ਤੇ ਵਪਾਰੀ ਜਿਹੜਾ ਹੈ ਉਹਦੇ ਕੁੰਡੇ ਸਿੰਘਾਂ ਦਾ ਹੀ ਵਰਣਨ ਕਰੀ ਜਾਵੇਗਾ। ਵੇਖੋ ਇਹਦੇ ਸਿੰਘ ਕਿਹੋ ਜਿਹੇ, ਕਿੰਨੇ ਸੋਹਣੇ, ਕਿੰਨੇ ਮੁੜੇ ਹੋਏ, ਕਿੰਨੇ ਤਿੱਖੇ। ਤੇ ਮੱਝ ਦੀ ਟੌਰ ਜਿਹੜੀ ਹੈ ਨਾ ਉਹਦੇ ਸਿੰਘਾਂ ਕਰਕੇ ਹੀ ਹੈ। ਜੇ ਤੇ ਸਿੰਘ ਚੰਗੇ ਮੁੜੇ ਹੋਏ ਨੇ, ਕੁੰਡੀਦਾਰ ਨੇ, ਤੇ ਉਹਦਾ ਮੁੱਲ ਵੱਧ ਹੈ। ਜੇ ਉਹ ਸਿੱਧੇ ਬਣੇ ਹੋਏ ਡੰਡੇ ਦੇ ਵਾਂਗ, ਉਹਦੀ ਉਨੀ ਟੌਰ ਨਹੀਂ ਬਣਦੀ ਹੈ। ਕਹਿਣ ਲੱਗੇ ਮੱਝ ਦੀ ਟੌਰ ਵੀ ਉਹਦੇ ਸਿੰਘਾਂ ਦੇ ਨਾਲ ਹੀ ਹੈ, ਸਿੰਘਾਂ ਤੋਂ ਬਿਨਾ ਮੱਝ ਦੀ ਵੀ ਸ਼ੋਭਾ ਨਹੀਂ ਬਣਦੀ ਹੈ ਭਾਈ। ਸਿੰਘ ਹੀ ਉਹਦਾ ਸ਼ਿੰਗਾਰ ਨੇ ਮੱਝ ਦਾ। ਪੈਸਰ ਮਾਥੇ ਸਿੰਘੂ, ਪੈਸਰ ਭੈਂਸ, ਭੈਂਸ ਦੀ ਟੌਰ ਸੁਹੱਪਣ, ਉਹਦਾ ਸ਼ਿੰਗਾਰ ਮੱਝ ਦਾ ਸਿੰਘ ਹੀ ਨੇ। ਸਿੰਘਾਂ ਬਿਨਾ ਗੰਜੀ ਲੰਡੀ ਜੀ ਮੱਝ ਚੰਗੀ ਨਹੀਂ ਲੱਗਦੀ ਹੈ, ਮੱਝ ਸਿੰਘਾਂ ਨਾਲ ਹੀ ਸੋਹਣੀ ਲੱਗਦੀ ਹੈ। ਦੇਵਲ ਮਦੈਲੀ ਗਾਛੇ, ਦੇਵਲ ਤੋਂ ਭਾਵ ਹੁੰਦਾ ਗੁਰਮੁਖੋ ਆ ਜਿਹੜੇ ਦਿਵਾਲੇ ਸ਼ਿਵਾਲੇ ਬਣੇ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਸ਼ਿਵ ਮੰਦਿਰ ਬਣਿਆ। ਹੁਣ ਜੇ ਸ਼ਿਵ ਮੰਦਿਰ ਦੇ ਵਿੱਚ ਲਿੰਗ ਆਛੈ, ਲਿੰਗ ਤੋਂ ਭਾਵ ਲਿੰਗ, ਸ਼ਿਵ ਮੰਦਿਰ ਦੇ ਵਿੱਚ ਜੇ ਸ਼ਿਵਲਿੰਗ ਪਿਆ ਹੋਵੇ ਤੇ ਤਾਂ ਹੀ ਸ਼ੋਭਾ ਬਣਦੀ ਹੈ। ਹੁਣ ਮੰਨ ਲਓ ਮੰਦਿਰ ਤੇ ਬਣਾ ਲਿਆ, ਮੰਦਿਰ ਦੇ ਵਿੱਚ ਸ਼ਿਵਲਿੰਗ ਹੋਵੇ ਹੀ ਨਾ, ਤੇ ਉਹ ਮੰਦਿਰ ਕਾਹਦਾ ਹੋਇਆ? ਜਾਂ ਮੰਦਿਰ ਬਣਾ ਲਿਆ, ਮੰਦਿਰ ਵਿੱਚ ਮੂਰਤੀ ਹੋਵੇ ਹੀ ਨਾ, ਉਹ ਮੰਦਿਰ ਦੀ ਟੌਰ ਥੋੜੀ ਬਣੇਗੀ। ਉਹ ਮੰਦਿਰ ਨਹੀਂ ਹੈ, ਉਹ ਤੇ ਕੰਧਾਂ ਹੀ ਰਹਿ ਗਈਆਂ। ਕੰਧਾਂ ਨੂੰ ਮੰਦਿਰ ਬਣਾਇਆ ਸ਼ਿਵਲਿੰਗ ਨੇ, ਕੰਧਾਂ ਨੂੰ ਮੰਦਿਰ ਬਣਾਇਆ ਮੂਰਤੀ ਨੇ। ਭਗਤ ਨਾਮਦੇਵ ਜੀ ਕਹਿਣ ਲੱਗੇ ਦੇਵਲ ਮਦੇ ਲੀਂਗ ਆਛੈ, ਇਹ ਜਿਹੜੇ ਦਿਵਾਲੇ ਸ਼ਿਵਾਲੇ ਮੰਦਿਰ ਬਣੇ ਨੇ, ਮੰਦਿਰਾਂ ਦੇ ਵਿੱਚ ਸ਼ਿਵ ਮੰਦਿਰ ਦੇ ਵਿੱਚ ਸ਼ਿਵਲਿੰਗ ਸੋਹਣਾ ਲੱਗਦਾ ਹੈ। ਜੇ ਕੋਈ ਹੋਰ ਮੰਦਿਰ ਹੈ ਤੇ ਉਹਦੇ ਵਿੱਚ ਪਈ ਹੋਈ ਮੂਰਤੀ ਸੋਹਣੀ ਲੱਗਦੀ ਹੈ। ਮੂਰਤੀਆਂ ਦਾ ਸਨਮਾਨ, ਮੂਰਤੀਆਂ ਦਾ ਸਤਿਕਾਰ ਮੰਦਿਰਾਂ ਦੇ ਵਿੱਚ ਹੀ ਹੈ। ਮੰਦਿਰ ਦੇ ਵਿੱਚ ਮੂਰਤੀ ਨੂੰ ਧੂਫ ਧੁਖਾਈ ਜਾਵੇਗੀ, ਉਹਨੂੰ ਭੋਗ ਲਾਇਆ ਜਾਵੇਗਾ, ਉਹਦੇ ਅੱਗੇ ਟੱਲੀਆਂ ਛੈਣੇ ਵਜਾਏ ਜਾਣਗੇ, ਉਹਨੂੰ ਨਮਸਕਾਰਾਂ ਹੋਣਗੀਆਂ। ਪਰ ਉਹੀ ਮੂਰਤੀ ਜੇ ਚੋਕੇ ਬਾਹਰ ਰੱਖ ਦਈਏ, ਜਾਂ ਕੁਝ ਲੋਕ ਮੂਰਤੀ ਨੂੰ ਜਲ ਪ੍ਰਵਾਹ ਕਰਦੇ। ਜਦੋਂ ਦੇਵਤਿਆਂ ਦੀ ਪੂਜਾ ਸ਼ੁਰੂ ਹੁੰਦੀ ਹੈ ਨਾ, ਸਭ ਤੋਂ ਪਹਿਲਾਂ ਪੂਜਾ ਗਣੇਸ਼ ਦੀ ਹੁੰਦੀ ਹੈ। ਗਣੇਸ਼ ਦੀ ਪੂਜਾ ਕਰਕੇ ਫਿਰ ਉਹਨੂੰ ਜਲ ਪ੍ਰਵਾਹ ਕੀਤਾ ਜਾਂਦਾ। ਅੱਜ ਵੀ ਤੁਸੀਂ ਹਰਿਦੁਆਰ ਨੂੰ ਜਾਓਗੇ ਨਾ ਤੇ ਗੰਗਾ ਦੇ ਵਿੱਚ ਮੂਰਤੀਆਂ ਰੁੜਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ, ਜਾਂ ਸਾਈਡਾਂ ਤੇ ਕੰਢਿਆਂ ਤੇ ਲੱਗੀਆਂ ਹੋਣਗੀਆਂ ਰੁੜਦੀਆਂ ਰੁੜਦੀਆਂ, ਕਿਤੇ ਖੜ ਗਈਆਂ, ਕੋਈ ਟੁੱਟ ਗਈਆਂ, ਕੁਝ ਵਿਗੜ ਗਈਆਂ। ਉੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਉੱਥੇ ਨਹੀਂ ਕੋਈ ਧੂਪ ਧਖਾਉਂਦਾ ਆ ਕੇ, ਨਾ ਕੋਈ ਭੋਗ ਲਾਉਂਦਾ। ਮੂਰਤੀ ਦਾ ਸਨਮਾਨ ਵੀ ਮੰਦਿਰ ਦੇ ਵਿੱਚ ਹੀ ਹੈ। ਮਹਾਰਾਜ ਕਹਿਣ ਲੱਗੇ ਜਿਵੇਂ ਮੱਝ ਦੇ ਮੱਥੇ ਤੇ ਸਿੰਘ ਸੋਹਣੇ ਲੱਗਦੇ ਨੇ, ਮੱਝ ਦੀ ਟੌਰ ਜਿਹੜੀ ਹੈ ਸਿੰਘਾਂ ਕਰਕੇ ਹੈ, ਇਸੇ ਤਰ੍ਹਾਂ ਮੰਦਿਰ ਦੇ ਵਿੱਚ ਵੀ ਮੂਰਤੀਆਂ ਸੋਹਣੀਆਂ ਲੱਗਦੀਆਂ, ਜਾਂ ਮੰਦਿਰ ਦੇ ਵਿੱਚ ਸ਼ਿਵਲਿੰਗ ਪਿਆ ਹੋਇਆ ਸੋਹਣਾ ਲੱਗਦਾ ਹੈ। ਇਹ ਐਸੀ ਖੇਡ ਬਣੀ ਹੈ। ਤਿੰਨ ਤਰ੍ਹਾਂ ਦਾ ਬਚਨ ਆ ਗਿਆ। ਲਿੰਗ ਤੋਂ ਭਾਵ ਲਿੰਗ, ਮੰਦਿਰ ਦੇ ਵਿੱਚ ਸ਼ਿਵਲਿੰਗ ਸੋਹਣਾ ਲੱਗਦਾ ਹੈ, ਤੇ ਸਿੰਘ ਤੋਂ ਭਾਵ ਹੁੰਦਾ ਗੁਰਮੁਖੋ ਸਿੰਘ, ਮੱਝ ਦੇ ਮੱਥੇ ਤੇ ਸਿੰਘ ਸੋਹਣੇ ਲੱਗਦੇ ਨੇ। ਹੀਂਗ ਤੋਂ ਭਾਵ ਹੁੰਦਾ ਹਿੰਗ, ਹਿੰਗ ਜਿਹੜੀ ਉਹ ਬਾਣੀਏ ਦੇ ਘਰ ਵਿੱਚ ਪਈ ਹੋਈ, ਜਾਂ ਬਾਣੀਆਂ ਦੀ ਦੁਕਾਨ ਤੇ ਪਈ ਸੋਹਣੀ ਲੱਗਦੀ ਹੈ। ਮਹਾਰਾਜ ਕਹਿਣ ਲੱਗੇ ਤੇਲੀ ਹੈ ਨਾ, ਤੇਲ ਕੱਢਣ ਵਾਲਾ, ਉਹਦੇ ਘਰ ਵਿੱਚ ਭਰੀਆਂ ਹੋਈਆਂ ਪੀਪੀਆਂ, ਡਰਮ ਤੇਲ ਦੇ ਸੋਹਣੇ ਲੱਗਣਗੇ। ਕਈ ਤਰ੍ਹਾਂ ਦਾ ਤੇਲ ਆ, ਤਿਲਾਂ ਦਾ ਤੇਲ ਹੈ, ਸਰੋਂ ਦਾ ਤੇਲ ਹੈ, ਦੂਜਾ ਤੀਜਾ ਤੇਲ ਹੈ, ਕਈ ਤਰ੍ਹਾਂ ਦੇ ਤੇਲ ਰੱਖੇ ਹੋਏ। ਤੇ ਕਹਿਣ ਲੱਗੇ ਉਹ ਤੇਲੀ ਦੀ ਟੌਰ ਹੈ, ਉਹਦੇ ਨਾਲ ਉਹ ਦੱਸੇਗਾ ਆਪਣੇ ਸ਼ਰੀਕੇ ਕਬੀਲੇ ਨੂੰ ਵੀ ਮੇਰੇ ਕੋਲ ਇੰਨੇ ਡਰਮ ਤੇਲ ਦੇ।
ਜਿਵੇਂ ਜ਼ਿਮੀਂਦਾਰ ਜੱਟ ਦੱਸਦਾ ਨਾ ਮੇਰੇ ਕੋਲ ਇੰਨੇ ਕਿੱਲੇ ਜ਼ਮੀਨ ਹੈ, ਉਹਦੀ ਜ਼ਮੀਨ ਦੇ ਨਾਲ ਟੌਰ ਹੈ, ਕਿੱਲਿਆਂ ਦੇ ਨਾਲ ਟੌਰ ਹੈ। ਵਪਾਰੀ ਦੱਸਦਾ ਵੀ ਮੈਂ ਇੰਨੀਆਂ ਦੁਕਾਨਾਂ ਖਰੀਦੀਆਂ ਹੋਈਆਂ, ਇੰਨੇ ਬਾਜ਼ਾਰ ਖਰੀਦੇ ਹੋਏ। ਇਸੇ ਤਰ੍ਹਾਂ ਤੇਲੀ ਦੀ ਟੌਰ ਜਿਹੜੀ ਉਹ ਤੇਲ ਕਰਕੇ ਹੀ ਹੈ। ਉਹ ਦੱਸੇਗਾ ਵੀ ਮੈਂ ਭਾਈ ਇੰਨੇ ਡਰਮ ਤਿਲਾਂ ਦੇ ਤੇਲ ਦੇ ਭਰੇ ਹੋਏ, ਇੰਨੇ ਸਰੋਂ ਦੇ ਭਰੇ ਹੋਏ, ਇੰਨੇ ਫਲਾਣੇ ਤੇਲ ਦੇ ਭਰੇ ਹੋਏ। ਉਹਦੇ ਦਰਵਾਜ਼ੇ ਦੇ ਅੰਦਰ ਬਾਹਰ ਡੁੱਲਿਆ ਹੋਇਆ ਤੇਲ ਭਰੇ ਹੋਏ ਡਰਮ, ਕਾਲੀਆਂ ਕੰਧਾਂ। ਕਹਿਣ ਲੱਗੇ ਭਾਈ ਇਹ ਤੇਲੀ ਦੀ ਟੌਰ ਹੈ। ਉਹਦੇ ਵਿੱਚ ਆਪਾਂ ਕਵਾਂਗੇ ਵੀ ਇਹ ਕੀ ਹੈ, ਥਾਵਾਂ ਥਾਵਾਂ ਤੇ ਤੇਲ ਇਹਨੇ ਰੱਖਿਆ ਹੋਇਆ ਹੈ, ਪਰ ਤੇਲੀ ਦੀ ਟੌਰ ਉਹ ਤੇਲ ਨਾਲ ਹੀ ਹੈ। ਮਹਾਰਾਜ ਕਹਿਣ ਲੱਗੇ ਤੇਲੀ ਕੈ ਘਰ ਤੇਲ ਅੱਛਾ, ਤੇਲੀ ਤੇਲ ਕੱਢਣ ਵਾਲਾ ਉਹਦੇ ਘਰੇ ਤੇਲ ਸੋਹਣਾ ਲੱਗਦਾ ਹੈ। ਜੰਗਲ ਮਦੇ ਬੇਲ ਕੋ, ਅਤੇ ਜੰਗਲ ਦੇ ਵਿੱਚ ਗੁਰਮੁਖੋ ਵੇਲਾਂ ਸੋਹਣੀਆਂ ਲੱਗਦੀਆਂ, ਰੁੱਖਾਂ ਦੇ ਉੱਪਰ ਚੜੀਆਂ ਹਰੀਆਂ ਹਰੀਆਂ ਵੇਲਾਂ, ਜਿਨ੍ਹਾਂ ਨੂੰ ਪੱਤੇ ਲੱਗੇ ਹੋਏ, ਫੁੱਲ ਲੱਗੇ ਹੋਏ। ਐਸੀਆਂ ਪੱਤਿਆਂ ਵਾਲੀਆਂ ਫੁੱਲਾਂ ਵਾਲੀਆਂ ਵੇਲਾਂ ਜਿਹੜੀਆਂ ਨੇ ਉਹ ਜੰਗਲ ਦੇ ਵਿੱਚ ਰੁੱਖਾਂ ਦੇ ਉੱਪਰ ਚੜੀਆਂ ਹੋਈਆਂ ਸੋਹਣੀਆਂ ਲੱਗਦੀਆਂ, ਸ਼ੋਭਾ ਪਾਉਂਦੀਆਂ ਹਨ। ਮਾਲੀ ਕੇ ਘਰ ਕੇਲੇ ਆਛੇ, ਗੁਰਮੁਖੋ ਜਿਹੜਾ ਮਾਲੀ ਹੈ, ਬੂਟੇ ਉਗਾਉਣ ਵਾਲਾ, ਮਾਲੀ ਦੇ ਘਰ ਵਿੱਚ ਪਏ ਹੋਏ ਨਿੱਕੇ ਨਿੱਕੇ ਫੁੱਲ ਜਾਂ ਫੁੱਲਾਂ ਦੀ ਪਨੀਰੀ ਸੋਹਣੀ ਲੱਗਦੀ ਹੈ। ਜਾਂ ਆਪਾਂ ਕਹਿ ਲਈਏ ਵੀ ਕੇਲੇ ਦੇ ਪੌਦੇ ਜਿਨ੍ਹਾਂ ਦੀ ਉਹਨੇ ਅੱਗੇ ਪਿਉਂਦ ਲਾਉਣੀ ਹੈ, ਉਹ ਮਾਲੀ ਦੇ ਘਰ ਹੀ ਸੋਹਣੇ ਲੱਗਦੇ। ਨਰਸਰੀ ਬਣਾਈ ਹੋਈ ਨਾ ਆਪਾਂ, ਜਾਂਦੇ ਸੜਕਾਂ ਦੇ ਉੱਪਰ ਫੁੱਲ ਪੌਦੇ ਰੱਖ ਕੇ ਬੈਠੇ ਮਾਲੀ ਲੋਕ। ਕਹਿਣ ਲੱਗੇ ਭਾਈ ਇਹ ਮਾਲੀਆਂ ਨੂੰ ਹੀ ਸੋਹਣਾ ਲੱਗਦਾ ਵੀ ਉਹਨਾਂ ਦੇ ਘਰ ਵਿੱਚ ਨਿੱਕੇ ਨਿੱਕੇ ਬੂਟਿਆਂ ਦੀ ਪਨੀਰੀ ਹੋਵੇ, ਗਮਲਿਆਂ ਦੇ ਵਿੱਚ ਪਏ ਹੋਣ ਛੋਟੇ ਛੋਟੇ ਪੌਦੇ, ਕੇਲੇ ਵਰਗੇ ਫਲ, ਹੋਰ ਕਈ ਤਰ੍ਹਾਂ ਦੇ ਫਲ। ਉਹ ਫਲਦਾਰ ਬੂਟੇ ਜਿਹੜੇ ਨੇ ਉਹ ਮਾਲੀਆਂ ਦੇ ਘਰ ਹੀ ਸੋਹਣੇ ਲੱਗਦੇ ਨੇ। ਮਾਲੀ ਘੇ ਕਰ ਕੇਲ ਅੱਛਾ, ਮਾਲੀ ਦੇ ਘਰ ਵਿੱਚ ਕੇਲੇ ਦੇ ਪੌਦੇ ਜਾਂ ਹੋਰ ਕਈ ਪੌਦੇ ਸੋਹਣੇ ਲੱਗਦੇ ਹਨ। ਕੇਲ ਬੇਲ ਤੇਲ ਕੋ, ਇਸੇ ਤਰ੍ਹਾਂ ਮਾਲੀ ਦੇ ਘਰ ਵਿੱਚ ਕੇਲੇ, ਜੰਗਲ ਦੇ ਵਿੱਚ ਬੇਲਾਂ ਅਤੇ ਤੇਲੀ ਦੇ ਘਰ ਵਿੱਚ ਤੇਲ, ਇਹ ਤਿੰਨ ਚੀਜ਼ਾਂ ਦਾ ਵਰਣਨ ਕੀਤਾ। ਆਪੋ ਆਪਣੀ ਜਗ੍ਹਾ ਤੇ ਤਿੰਨੇ ਚੀਜ਼ਾਂ ਹੀ ਸੋਹਣੀਆਂ ਲੱਗਦੀਆਂ, ਉਹਨਾਂ ਦੀ ਫੱਕ ਬਣਦੀ ਹੈ। ਸੰਤਾਂ ਮਦੇ ਗੋਬਿੰਦ ਆਛੇ, ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਨੇ ਨਾ ਭਾਈ, ਉਹਨਾਂ ਦੇ ਹਿਰਦੇ ਵਿੱਚ ਰਾਮ 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 ਹੀ ਚੰਗਾ ਲੱਗਦਾ। ਸੰਤ ਦੀ ਜ਼ੁਬਾਨ ਤੋਂ ਰਾਮ ਰਾਮ ਹੀ ਸ਼ੋਭਾ ਪਾਉਂਦਾ ਹੈ। ਸੰਤ ਗਾਲਾਂ ਕੱਢਦਾ ਚੰਗਾ ਨਹੀਂ ਲੱਗਦਾ। ਕਲਯੁਗ ਦੇ ਵਿੱਚ ਕਈ ਐਸੇ ਪਖੰਡੀ ਸਾਧ ਨੇ, ਵੇਖਣ ਨੂੰ ਸਾਧ ਬਣੇ ਪਰ ਮੂੰਹ ਤੋਂ ਗੰਦ ਬਕਦੇ, ਗੰਦਾ ਬੋਲਦੇ। ਕਹਿਣ ਲੱਗੇ ਨਹੀਂ, ਸਾਧ ਦੀ ਜ਼ੁਬਾਨ ਤੋਂ ਤੇ ਰਾਮ ਹੀ ਸੋਹਣਾ ਲੱਗਦਾ। ਆਖੇ ਰਾਮ ਹਿਰਦਾ ਠੰਡਾ ਹੋ ਜਾਵੇ। ਸਾਧ ਦੀ ਜ਼ੁਬਾਨ ਤੋਂ ਤੇ ਵਾਹਿਗੁਰੂ ਚੰਗਾ ਲੱਗਦਾ, ਵਾਹਿਗੁਰੂ ਕਵੇ ਤੇ ਮਨ ਜੁੜ ਜਾਵੇ। ਮਹਾਰਾਜ ਕਹਿਣ ਲੱਗੇ ਸੰਤਾਂ ਮਦੇ ਗੋਬਿੰਦ ਆਛੇ, ਜਿਹੜੇ ਸੰਤ ਨੇ ਰੱਬ ਦੇ ਭਗਤ ਗੁਰਮੁਖ, ਉਹਨਾਂ ਦੀ ਜ਼ੁਬਾਨ ਤੋਂ ਰਾਮ ਚੰਗਾ ਲੱਗਦਾ, ਵਾਹਿਗੁਰੂ ਚੰਗਾ ਲੱਗਦਾ ਹੈ, ਤਾਂ ਉਹਨਾਂ ਦੀ ਸ਼ੋਭਾ ਬਣਦੀ ਹੈ। ਗੋਕਲ ਮਦਾ ਸ਼ਾਮ ਕੋ, ਗੁਰਮੁਖੋ ਗੋਕਲ ਨਗਰੀ ਹੈ ਜਿੱਥੇ ਭਗਵਾਨ ਕ੍ਰਿਸ਼ਨ ਜੀਆਂ ਨੇ ਕੌਤਕ ਕੀਤੇ। ਕਹਿਣ ਲੱਗੇ ਉਸ ਗੋਕਲ ਦੇ ਵਿੱਚ ਕ੍ਰਿਸ਼ਨ ਕ੍ਰਿਸ਼ਨ ਕਰਨਾ ਹੀ ਚੰਗਾ ਲੱਗਦਾ। ਹੁਣ ਆਪਾਂ ਗੋਕਲ ਵਿੱਚ ਜਾਈਏ, ਭਗਵਾਨ ਦੀ ਉਸ ਨਗਰੀ ਤੇ ਜਾਈਏ ਜਿੱਥੇ ਉਹਨਾਂ ਨੇ ਕੌਤਕ ਕੀਤੇ ਨੇ, ਉੱਥੇ ਜਾ ਕੇ ਆਪਾਂ ਹੋਰ ਹੀ ਗੱਲਾਂ ਕਰੀ ਜਾਈਏ ਤੇ ਗੱਲ ਨਹੀਂ ਬਣੇਗੀ। ਪਰ ਜੇ ਉੱਥੇ ਜਾ ਕੇ ਆਪਾਂ ਆਖਾਂਗੇ ਕ੍ਰਿਸ਼ਨ ਕ੍ਰਿਸ਼ਨ ਹਰੇ ਕ੍ਰਿਸ਼ਨ ਰਾਧਾ ਕ੍ਰਿਸ਼ਨ, ਤੇ ਤਾਂ ਸਾਡੀ ਵੀ ਸ਼ੋਭਾ ਬਣੇਗੀ, ਉਸ ਜਗ੍ਹਾ ਦੀ ਵੀ ਸ਼ੋਭਾ ਬਣੇਗੀ। ਮੰਨ ਲਓ ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਥਾਨ ਤੇ ਜਾਂਦੇ ਆ, ਤਾਂ ਉੱਥੇ ਜਾ ਕੇ ਆਪਾਂ ਆਖੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਸਾਡਾ ਵੀ ਸਮਾਂ ਸਫਲਾ ਹੋ ਗਿਆ, ਸਾਡੀ ਵੀ ਸ਼ੋਭਾ ਬਣ ਗਈ ਔਰ ਉਸ ਜਗ੍ਹਾ ਦੀ ਵੀ ਸ਼ੋਭਾ ਬਣ ਗਈ, ਉਹਦੀ ਕਮਾਈ ਹੋ ਗਈ। ਕਿਤੇ ਵੀ ਜਾਓ, ਜਿਹੜਾ ਵੀ ਉੱਥੇ ਧਾਰਮਿਕ ਸਥਾਨ ਹੈ, ਮੰਨ ਲਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਰਨ ਪਾਏ, ਉੱਥੇ ਆਪਾਂ ਆਖਾਂਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ, ਉੱਥੇ ਆਪਾਂ ਆਖਾਂਗੇ ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ। ਮਹਾਰਾਜ ਕਹਿਣ ਲੱਗੇ ਭਾਈ ਗੋਕਲ ਮਦੇ ਸਿਆਮ ਗੋ, ਜਿਵੇਂ ਗੋਕਲ ਨਗਰੀ ਵਿੱਚ ਕ੍ਰਿਸ਼ਨ ਕ੍ਰਿਸ਼ਨ ਕੀਤਿਆਂ ਸ਼ੋਭਾ ਬਣਦੀ ਹੈ, ਧਾਰਮਿਕ ਸਥਾਨ ਤੇ ਕਿਤੇ ਵੀ ਜਾਓਗੇ ਰੱਬ ਦਾ ਨਾਮ ਲੈ ਕੇ ਸ਼ੋਭਾ ਬਣਦੀ ਹੈ। ਮਦੇ ਰਾਮ ਆਛਾ, ਭਗਤ ਨਾਮਦੇਵ ਜੀ ਕਹਿਣ ਲੱਗੇ ਭਾਈ ਸਾਡੇ ਮਨ ਦੇ ਵਿੱਚ ਵੀ ਰਾਮ ਹੀ ਚੰਗਾ ਲੱਗਦਾ। ਜਿਵੇਂ ਸੰਤਾਂ ਨੂੰ ਰਾਮ ਰਾਮ ਜਪਣਾ ਚੰਗਾ ਲੱਗਦਾ ਹੈ, ਜਿਵੇਂ ਧਾਰਮਿਕ ਸਥਾਨ ਤੇ ਉਸ ਧਾਰਮਿਕ ਵਿਅਕਤੀ ਦਾ ਨਾਮ ਲੈਣਾ ਚੰਗਾ ਲੱਗਦਾ ਹੈ,
ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿਣ ਲੱਗੇ ਜਿਹੜੇ ਰੱਬ ਦੇ ਭਗਤ ਨੇ ਉਹ ਰਾਮ ਰਾਮ ਕਰਦੇ ਹੀ ਚੰਗੇ ਲੱਗਦੇ, ਸ਼ੋਭਾ ਪਾਉਂਦੇ ਹਨ। ਰਾਮ ਸਿਆਮ ਗੋਬਿੰਦ ਗੋ। ਕਹਿਣ ਲੱਗੇ ਭਗਤ ਨਾਮਦੇਵ ਦੇ ਹਿਰਦੇ ਵਿੱਚ ਰਾਮ, ਗੋਕਲ ਦੇ ਵਿੱਚ ਸਿਆਮ ਕਹਿਣਾ, ਕ੍ਰਿਸ਼ਨ ਕਹਿਣਾ ਅਤੇ ਸੰਤਾਂ ਦੇ ਵਿੱਚ ਬੈਠ ਕੇ ਗੋਬਿੰਦ ਗੋਬਿੰਦ ਦਾ ਜਾਪ ਕਰਨਾ, ਇਹ ਤਿੰਨ ਥਾਵਾਂ ਤੇ ਤਿੰਨੇ ਚੀਜ਼ਾਂ ਹੀ ਸੋਹਣੀਆਂ ਲੱਗਦੀਆਂ, ਚੰਗੀਆਂ ਲੱਗਦੀਆਂ। ਤੀਨ ਛੰਦੈ ਖੇਲ ਆਛੈ, ਇਹ ਤਿੰਨਾਂ ਛੰਦਾਂ ਦਾ ਖੇਲ ਦੱਸਿਆ, ਕਿਹੜੀ ਚੀਜ਼ ਕਿੱਥੇ ਸੋਹਣੀ ਲੱਗਦੀ ਹੈ। ਭਗਤ ਨਾਮਦੇਵ ਜੀ ਨੂੰ ਪੰਡਤਾਂ ਨੇ ਆਖਿਆ ਨਾ ਵੀ ਇਸ ਤਰ੍ਹਾਂ ਨਹੀਂ, ਇਸ ਬੰਦੇ ਨੂੰ ਜਾਂ ਯਾਤਰਾ ਕਰਨੀ ਚਾਹੀਦੀ ਹੈ ਜਾਂ ਇਹਨੂੰ ਦਾਨ ਕਰਨਾ ਚਾਹੀਦਾ। ਤੂੰ ਕੱਲਾ ਰਾਮ ਜਪਾ ਕੇ ਆਖਿਆ ਤੇਰਾ ਪਾਪ ਉਤਰ ਗਿਆ। ਭਗਤ ਨਾਮਦੇਵ ਜੀ ਕਹਿਣ ਲੱਗੇ ਰਾਮ ਦਾ ਨਾਮ ਸਭ ਤੋਂ ਵੱਡਾ ਹੈ, ਉਹ ਤੀਰਥ ਯਾਤਰਾ ਤੋਂ ਵੀ ਵੱਡਾ ਹੈ, ਰਾਮ ਦਾ ਨਾਮ ਦਾਨ ਤੋਂ ਵੀ ਵੱਡਾ ਹੈ। ਤੇ ਕਹਿਣ ਲੱਗੇ ਜਿਹੜੀ ਚੀਜ਼ ਜਿੱਥੇ ਸ਼ੋਭਾ ਪਾਵੇ ਉਹ ਉੱਥੇ ਹੀ ਚੰਗੀ ਲੱਗਦੀ ਹੈ। ਇਸ ਕਰਕੇ ਰਾਮ ਦਾ ਨਾਮ ਹਿਰਦੇ ਵਿੱਚ ਜਪਿਆ ਸ਼ੋਭਾ ਪਾਉਂਦਾ ਹੈ, ਜ਼ੁਬਾਨ ਤੇ ਜਪਿਆ ਸ਼ੋਭਾ ਪਾਉਂਦਾ ਹੈ। ਇਹ ਅਸੀਂ ਉਹਦੇ ਨਾਮ ਦੀ ਇੱਥੇ ਮਹਿਮਾ ਕਥਨ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸੰਤਾਂ ਮਦੇ ਗੋਬਿੰਦ ਆਛੇ, ਗੋਕਲ ਮਦੇ ਸਿਆਮ ਗੋ। ਨਾਮੈ ਮਦੇ ਰਾਮ ਆਛੇ, ਰਾਮ ਸਿਆਮ ਗੋਬਿੰਦ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ